ਦੀਆਂ ਨੀਹਾਂ ਦੀ ਪੰਥਕ ਸਿਆਸਤ ਦੇ ਵਿੱਚ ਧਾਮੀ ਦੀ ਜਿੱਤ ਨੇ ਇੱਕ ਵਾਰ ਮੁੜ ਤੋਂ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਅਕਾਲੀ ਦਲ ਦਾ ਕਿਲਾ ਬਰਕਰਾਰ ਹੈ ਤੇ ਪੰਥਕ ਸਿਆਸਤ ਦੇ ਵਿੱਚ ਅਕਾਲੀ ਦਲ ਦੀ ਪਿੱਠ ਲਗਾਉਣੀ ਇੰਨੀ ਸੌਖੀ ਵੀ ਨਹੀਂ। ਪਰ ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਖਾਤੇ ਦੇ ਵਿੱਚ ਗਈਆਂ 42 ਵੋਟਾਂ ਵੀ ਇਸ਼ਾਰਾ ਕਰ ਗਈਆਂ ਕਿ ਬੇਸ਼ੱਕ ਕਿਲਾ ਬਰਕਰਾਰ ਹੈ ਪਰ ਕਿਲੇ ਦੀਆਂ ਨੀਹਾਂ 'ਚ ਕੰਬਣੀ ਤਾਂ ਜ਼ਰੂਰ ਛੇੜ ਦਿੱਤੀ ਗਈ ਹੈ। ਤੇ ਜ਼ਿਕਰ ਇਸ ਕਰਕੇ ਕਿਉਂਕਿ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਪਈਆਂ ਵੋਟਾਂ ਦੀ ਗਿਣਤੀ ਵਧੀ ਹੈ। ਪਿਛਲੀਆਂ ਚੋਣਾਂ 'ਚ ਇਹ ਗਿਣਤੀ 20 ਦੇ ਆਸੇ-ਪਾਸੇ ਸੀ ਪਰ ਇਸ ਵਾਰ ਡਬਲ ਹੋ ਗਈ, 42 ਤੱਕ ਪਹੁੰਚ ਗਈ ਤਾਂ ਕਿ ਇਹ ਅਕਾਲੀ ਦਲ ਦੇ ਲਈ ਖਤਰੇ ਦੀ ਘੰਟੀ ਹੈ। ਸਵਾਲ ਇਹ ਵੀ ਹੈ ਕਿ ਚੋਣਾਂ ਦੇ ਵਿੱਚ ਬੇਸ਼ੱਕ ਹਾਰ ਹੋ ਚੁੱਕੀ ਹੈ ਪਰ ਐਸਜੀਪੀਸੀ ਦੀਆਂ ਆਮ ਚੋਣਾਂ ਦੇ ਵਿੱਚ ਕਿ ਇਹ ਨਤੀਜੇ ਕੋਈ ਉਲਟ-ਫੇਰ ਵਾਲੇ ਪਾਸੇ ਇਸ਼ਾਰਾ ਕਰ ਰਹੇ ਨੇ ਕਿ ਜੇ ਆਮ ਚੋਣਾਂ ਹੁੰਦੀਆਂ ਨੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤਾਂ ਕਿ ਕੋਈ ਵੱਡਾ ਉਲਟ-ਫੇਰ ਹੋ ਸਕਦਾ ਹੈ। ਕਿਉਂਕਿ ਇੱਥੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਜਦੋਂ ਆਮ ਚੋਣਾਂ ਹੋਣਗੀਆਂ, ਜਦੋਂ ਜਿਹੜੇ ਵੋਟਰ ਵੋਟ ਕਰਨਗੇ ਐਸਜੀਪੀਸੀ ਦੇ ਮੈਂਬਰਾਂ ਦੇ ਲਈ, ਤਾਂ ਉਸ ਸਮੇਂ ਬੀਬੀ ਜਗੀਰ ਕੌਰ ਜਿਹੜੀਆਂ ਬਾਕੀ ਸਾਰੀਆਂ ਧਿਰਾਂ ਉਹਨਾਂ ਦੇ ਨਾਲ ਇਸ ਸਮੇਂ ਅਕਾਲੀ ਵਿਰੋਧੀ ਬਾਦਲ ਪਰਿਵਾਰ ਦੇ ਵਿਰੋਧੀ ਸੀ, ਇਕੱਠੀਆਂ ਖੜੀਆਂ ਸੀ, ਤਾਂ ਇਹ ਤਸਵੀਰ ਇਲੈਕਸ਼ਨ ਦੇ ਵਿੱਚ ਵੀ ਨਜ਼ਰ ਆ ਸਕਦੀ ਹੈ। ਯਾਨੀ ਇੱਕ ਪਾਸੇ ਅਕਾਲੀ ਦਲ ਦਾ ਧੜਾ ਹੋਵੇ, ਦੂਜੇ ਪਾਸੇ ਬੀਬੀ ਜਗੀਰ ਕੌਰ ਤੇ ਉਹਨਾਂ ਦੇ ਨਾਲ ਬਾਕੀ ਦੀਆਂ ਜਥੇਬੰਦੀਆਂ, ਹੁਣ ਚਾਹੇ ਬੀਜੇਪੀ ਦਾ ਜ਼ਿਕਰ ਹੋਵੇ, ਇਨਡਾਇਰੈਕਟਲੀ ਹੋਵੇ ਜਾਂ ਫਿਰ ਹੋਰ ਜਥੇਬੰਦੀਆਂ ਦਾ ਢੀਂਡਸਾ ਖੁੱਲ ਕੇ ਸਮਰਥਨ ਕਰ ਚੁੱਕੇ ਨੇ। ਇਨਫੈਕਟ ਮਨਜਿੰਦਰ ਸਿੰਘ ਸਿਰਸਾ ਦੇ ਫੋਨ ਦਾ ਬਹੁਤ ਜ਼ਿਕਰ ਹੋਇਆ, ਇਕਬਾਲ ਸਿੰਘ ਲਾਲਪੁਰਾ ਦਾ ਬਹੁਤ ਜ਼ਿਕਰ ਹੋਇਆ। ਯਾਨੀ ਇਹ ਸਾਰੀਆਂ ਧਿਰਾਂ ਆਮੋ ਸਾਹਮਣੇ ਅਕਾਲੀ ਦਲ ਦੇ ਨਾਲ ਆ ਸਕਦੀਆਂ ਨੇ। ਤਾਂ ਇਸ ਦੇ ਉੱਤੇ ਅੱਜ ਚਰਚਾ ਕਰਾਂਗੇ ਕਿ ਕੰਬਣੀ ਛਿੜੀ ਹੈ ਜਾਂ ਕਿ ਨੀਹਾਂ ਦੇ ਵਿੱਚ ਕੰਬਣੀ ਹੈ ਪਰ ਕਿਲਾ ਬਰਕਰਾਰ ਹੈ, ਕਿ ਵਾਕਈ ਇਸ ਤਰ੍ਹਾਂ ਹੋਇਆ। ਗੱਲ ਇਸ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਬੁੱਧਵਾਰ ਦੀ ਸਵੇਰ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਆਮਦ ਸ਼ੁਰੂ ਹੋ ਗਈ ਸੀ। ਨਾਲ ਹੀ ਕਮੇਟੀ ਦਫ਼ਤਰ ਦੀ ਇਮਾਰਤ ਦੇ ਅੰਦਰ ਦਾਖਲ ਹੋ ਰਹੇ ਸਨ ਅਕਾਲੀ ਦਲ ਦੇ ਆਗੂ ਵੀ। ਪੁਲਿਸ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪੂਰੀ ਚੈਕਿੰਗ ਕਰਕੇ ਹੀ ਮੈਂਬਰਾਂ ਨੂੰ ਅੰਦਰ ਜਾਣ ਦੇ ਰਹੇ ਸਨ। ਕਮੇਟੀ ਦੀ ਚੋਣ ਦੇ ਲਈ ਇੰਤਜ਼ਾਰ 157 ਮੈਂਬਰਾਂ ਦਾ ਸੀ ਪਰ ਪਹੁੰਚੇ ਸਿਰਫ 146। ਹਾਲਾਂਕਿ ਦਾਅਵੇਦਾਰੀ ਦੋਵੇਂ ਹੈਵੀਵੇਟ ਕੈਂਡੀਡੇਟ ਚਿਹਰੇ ਤੇ ਮੁਸਕਰਾਹਟ ਦੇ ਨਾਲ ਕਰ ਰਹੇ ਸਨ। ਵੀ ਕਰਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਜੀ, ਦੋ ਸ਼ਬਦ ਬਾਅਦ ਅਸੀਂ ਅੱਜ ਹੁਣੇ ਹੀ ਦੇਖ ਲਿਆ ਕਿ ਜੋ 10 ਦਿਨਾਂ ਦਾ ਚੋਰ ਲੱਗਾ ਹੋਇਆ ਸਿਆਸੀ ਤੌਰ ਦੇ ਉੱਤੇ ਭਾਰੂ ਹੋਇਆ ਪਿਆ। ਜੇ ਛੁਟਕਾਰਾ ਪਾਉਣਾ ਤੇ ਮੈਂਬਰ ਸਾਹਿਬਾਨ ਆਜ਼ਾਦ ਵੋਟ ਪਾਉਣ। ਮੈਂ ਕਿਸੇ ਨੂੰ ਪ੍ਰੈਸ਼ਰ ਨਹੀਂ ਦੇ ਰਹੀ। ਦੇਖੋ ਭਾਜਪਾ ਤੇ ਇਲਜ਼ਾਮ ਲੱਗ ਰਹੇ, ਲਾਲਪੁਰਾ ਸਾਹਿਬ ਤੇ ਇਲਜ਼ਾਮ ਲੱਗ ਰਹੇ, ਕਹਿੰਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਥਾਪੜਾ ਤੁਹਾਨੂੰ ਦੇ ਦਿੱਤਾ ਹੈ ਭਾਜਪਾ ਨੇ ਸਿੱਧੇ ਤੌਰ ਤੇ। ਇੱਕ ਮੈਂ ਦੱਸਾਂ ਜੀ, ਇਹ ਜਿਹੜੇ ਭਾਜਪਾ ਨਾਲ ਰਹੇ ਜਿਹੜੇ ਉਹਨਾਂ ਸਰਕਾਰਾਂ ਹਟਾਈਆਂ ਉਹ ਗੱਲਾਂ ਕਰਨਗੇ। ਛੱਜ ਦੇ ਬੋਲੇ ਸ਼ਾਨ ਨਹੀਂ ਕਿਉਂ ਬੋਲੇ। ਚੋਣ ਪ੍ਰਕਿਰਿਆ ਦਾ ਆਗਾਜ਼ ਹੋਇਆ ਤਾਂ ਮੀਡੀਆ ਨੂੰ ਹਾਲ ਵਿੱਚ ਨਹੀਂ ਸਗੋਂ ਲਾਨ ਦੇ ਵਿੱਚ ਬਿਠਾਇਆ ਗਿਆ। ਇੱਕ ਲਾਊਡ ਸਪੀਕਰ ਲਾ ਦਿੱਤਾ ਗਿਆ ਜਿਸ ਤੋਂ ਆਉਣ ਵਾਲੀ ਆਵਾਜ਼ ਸੁਣਦੇ ਰਹਿਣ ਦੀ ਅਪੀਲ ਮੀਡੀਆ ਨੂੰ ਕੀਤੀ ਤੇ ਫਿਰ ਸ਼ੁਰੂ ਹੋਇਆ ਇਜਲਾਸ ਅਤੇ ਲਾਊਡ ਸਪੀਕਰ ਦੇ ਰਾਹੀਂ ਆ ਰਹੀ ਇਜਲਾਸ ਦੀ ਆਵਾਜ਼ ਮਾਈਕ ਤੇ ਬੋਲਣ ਵਾਲੇ ਆਉਂਦੇ ਰਹੇ ਤੇ ਫਿਰ ਹੋਈ ਚੋਣ ਪ੍ਰਕਿਰਿਆ। ਬੈਲਟ ਬਕਸੇ ਦੇ ਵਿੱਚ 146 ਮੈਂਬਰਾਂ ਨੇ ਆਪਣੀਆਂ ਵੋਟਾਂ ਪਾ ਦਿੱਤੀਆਂ। ਨਤੀਜਿਆਂ ਦਾ ਐਲਾਨ ਹੋਇਆ ਤਾਂ ਹਰਜਿੰਦਰ ਧਾਮੀ ਨੂੰ 104 ਵੋਟਾਂ ਮਿਲੀਆਂ ਤੇ ਨਾਲ ਹੀ ਮਿਲੀ ਵਿਕਟਰੀ। ਜਗੀਰ ਕੌਰ ਨੂੰ ਮਿਲੀਆਂ 42 ਵੋਟਾਂ ਅਤੇ ਨਾਲ ਹੀ ਸ਼ਿਕਸਤ। ਪਰ ਇਸ ਵਿਕਟਰੀ ਸਾਈਨ ਵਡਾਉਣ ਵਾਲੇ ਆਪਣੇ ਹਮਾਇਤੀਆਂ ਤੇ ਧਾਮੀ ਔਖੇ ਹੁੰਦੇ ਵੀ ਨਜ਼ਰ ਆਏ। ਆਪਾਂ ਸੇਵਾ ਧਰਮ ਦੀ ਆ, ਧਰਮ ਦੀ ਸੇਵਾ ਆ, ਧਰਮ ਦੀ ਸੇਵਾ ਆ। ਧਾਮੀ ਸਾਹਿਬ ਇੱਕ ਵਾਰ ਫਿਰ ਤੋਂ ਪ੍ਰਧਾਨ ਚੁਣੇ ਗਏ ਹੋ ਪਰ ਇਸ ਵਾਰ VOTING ਹੋਈ ਹੈ। ਇਸ ਵਾਰ ਪਿਛਲੀ ਵਾਰੀ ਵੀ ਹੋਈ ਸੀ VOTING, ਬੀਬੀ ਜਗੀਰ ਕੌਰ ਬਾਰੇ ਵੀ ਹੋਈ ਸੀ, ਹਰਜਿੰਦਰ ਸਿੰਘ ਧਾਮੀ ਬਾਰੇ ਵੀ ਹੋਈ, ਐਤਕੀ ਫੇਰ ਹੋਈ ਹੈ VOTING। ਧਾਮੀ ਸਾਹਿਬ ਕਿਵੇਂ ਦੇਖਦੇ ਹੋ? ਧਾਮੀ ਸਾਹਿਬ ਕਿਵੇਂ ਦੇਖਦੇ ਹੋ ਬੀਬੀ ਜਗੀਰ ਕੌਰ ਹੋਣੀ ਜਿਵੇਂ ਦਾਅਵਾ ਕਰ ਰਹੇ ਸੀ ਲਗਾਤਾਰ, ਕਿਵੇਂ ਦੇਖਦੇ ਹੋ? ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਂ ਪਾਰਟੀ ਵੱਡੀ ਹੁੰਦੀ ਆ, ਮਨੁੱਖ ਕਦੇ ਵੱਡੇ ਨਹੀਂ ਹੁੰਦੇ। ਸੋ ਇਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਆ। ਨਾਲ ਕੋਈ ਵੱਡੀ ਗੱਲ ਹੈ ਜੀ। 40 ਮੁਕਤੇ ਸੀਗੇ ਤੇ ਮਾਤਾ ਭਾਗੋ ਦਾ ਨਾਂ ਰੋਸ਼ਨ ਹੋ ਗਿਆ ਸੀਗਾ। ਉਹ ਇਤਿਹਾਸ ਦੇ ਪੰਨਿਆਂ ਵਿੱਚ, ਉਹ ਇਤਿਹਾਸ ਦੇ ਵਿੱਚ ਆਪਾਂ ਦੇਖੀਏ ਤੇ ਜੇ ਮੇਰੇ ਨਾਲ 42 ਤੁਰੇ ਇਹਦਾ ਮਤਲਬ ਖਾਲਸਾ ਪੰਥ ਦੀ ਸੋਚ ਵਾਲੇ ਇੰਨੇ ਕੁ ਹੈਗੇ ਆ। ਸੋ ਧਾਮੀ ਦੀ ਬਤੌਰ ਪ੍ਰਧਾਨ ਦੂਜੀ ਇਨਿੰਗ ਸ਼ੁਰੂ ਹੋ ਗਈ ਹੈ ਅਤੇ 2022 ਤੱਕ ਸੀਮਤ ਰਹਿਣ ਵਾਲੇ ਵਿਰੋਧੀਆਂ ਨੂੰ 42 ਤੱਕ ਲਿਜਾ ਕੇ 4 ਵਾਰ ਦੀ ਪ੍ਰਧਾਨ ਰਹੀ ਜਗੀਰ ਕੌਰ ਨੇ ਬਗਾਵਤ ਦੀ ਡਬਲ ਡੋਜ਼ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਹਿਮਾਇਤ ਦੇਣ ਵਾਲੇ 3 ਮੈਂਬਰਾਂ ਨੂੰ ਐਗਜ਼ੀਕਿਊਟਿਵ ਕਮੇਟੀ ਦੇ 11 ਮੈਂਬਰਾਂ ਵਿੱਚ ਵੀ ਥਾਂ ਮਿਲ ਗਈ ਹੈ।
ਇਹਨਾਂ ਵਿੱਚ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸਰਦਾਰ ਭੁਪਿੰਦਰ ਸਿੰਘ ਅਸੰਧ ਅਤੇ ਸਰਦਾਰ ਮਲਕੀਤ ਸਿੰਘ ਚੰਗਲ ਸ਼ਾਮਿਲ ਨੇ। ਕੁੱਲ ਮਿਲਾ ਕੇ 2022 ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਈ ਸਾਰੀਆਂ ਅਜਿਹੀਆਂ ਤਸਵੀਰਾਂ ਪੇਸ਼ ਕਰ ਗਈ ਹੈ ਜਿਨ੍ਹਾਂ ਦੇ ਨਾਲ ਨਵੀਂ ਸ਼ੁਰੂਆਤ ਹੁੰਦੀ ਨਜ਼ਰ ਆਵੇਗੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਨਪਿੰਦਰ ਬਰਾੜ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜਿਸ ਦੇ ਉੱਤੇ ਗੱਲਬਾਤ ਹੋਵੇਗੀ ਕਿ ਵਾਕਈ ਇਸ ਤਰੀਕੇ ਨਾਲ ਸਮਝਿਆ ਜਾਵੇ ਕਿ 42 ਵੋਟਾਂ ਬਹੁਤ ਹੁੰਦੀਆਂ ਨੇ। ਆਮ ਤੌਰ ਤੇ ਕਿਹਾ ਜਾਂਦਾ ਕਿ ਜਿੱਤ ਹੁੰਦੀ ਹੈ ਚਾਹੇ ਇੱਕ ਵੋਟ ਦੇ ਉੱਤੇ ਹੋਈ ਹੋਵੇ, ਪਰ ਇਸ ਜਿੱਤ ਜਾਂ ਇਸ ਚੋਣਾਂ ਤੋਂ ਪਹਿਲਾਂ ਦਾਅਵੇ ਦੋਵੇਂ ਪਾਸੇ ਤੋਂ ਬਹੁਤ ਹੋ ਰਹੇ ਸੀ। ਇੱਕ ਪਾਸੇ ਢੀਂਡਸਾ ਸਾਹਿਬ ਕਹਿ ਰਹੇ ਸੀ ਕਿ 25 ਤੋਂ ਘੱਟ ਵੋਟਾਂ ਪਈਆਂ ਤਾਂ ਸਿਆਸਤ ਛੱਡ ਦੇਵਾਂਗਾ। ਦੂਜੇ ਪਾਸੇ ਜ਼ਿਕਰ 107 ਨੰਬਰ ਦਾ ਵੀ ਹੋ ਰਿਹਾ ਸੀ, ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ, ਪਰ ਉਹ ਵੀ ਘਟਿਆ। 104 ਵੋਟਾਂ ਹੀ ਪਈਆਂ, ਬਾਕੀ ਕਿੱਥੇ ਗਈਆਂ ਜਾਂ ਫਿਰ ਕਿਹੜੇ ਮੈਂਬਰਸ ਨੇ ਜਿਹੜੇ ਅਕਾਲੀ ਦਲ ਤੋਂ ਟੁੱਟ ਕੇ ਦੂਜੇ ਪਾਸੇ ਚਲੇ ਗਏ, ਇਹ ਵੀ ਲਾਜ਼ਮੀ ਤੌਰ ਤੇ ਅਕਾਲੀ ਦਲ ਦੇ ਲਈ ਇੱਕ ਮੰਥਨ ਦਾ ਵਿਸ਼ਾ ਜ਼ਰੂਰ ਹੈ। ਗੱਲਬਾਤ ਕਰਾਂਗੇ, ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਲੇਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ, HAGMC ਦੇ ਪ੍ਰਧਾਨ ਨੇ। ਦਾਦੂਵਾਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਗੁਰਪ੍ਰੀਤ ਸਿੰਘ ਰੰਧਾਵਾ ਜੀ ਜੁੜ ਰਹੇ ਨੇ, ਜੋ ਕਿ ਮੈਂਬਰ ਨੇ SGPC ਦੇ। ਸਾਡੇ ਨਾਲ ਹਰਦੀਪ ਸਿੰਘ ਜੀ ਜੁੜ ਰਹੇ ਨੇ, ਆਜ਼ਾਦ ਮੈਂਬਰ ਨੇ SGPC ਦੇ। ਬਹੁਤ-ਬਹੁਤ ਸਵਾਗਤ ਹੈ ਰੰਧਾਵਾ ਸਾਹਿਬ ਤੁਹਾਡਾ ਵੀ, ਹਰਦੀਪ ਜੀ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਅਕਾਲੀ ਦਲ ਤੋਂ, ਕਿਉਂਕਿ ਸਿੱਧੇ ਤੌਰ ਦੇ ਉੱਤੇ ਜ਼ਿਕਰ ਹੋ ਰਿਹਾ ਹੈ ਕਿ ਇਹ ਨੀਹਾਂ ਦੇ ਵਿੱਚ ਕੰਬਣੀ ਛਿੜੀ ਹੈ। ਕਲੇਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਦਾਅਵੇ ਬਹੁਤ ਸਾਰੇ ਹੋ ਰਹੇ ਸੀ, ਪਰ ਦੂਜੇ ਪਾਸੇ ਇਸ ਵਾਰ ਤੁਹਾਡੇ ਖਿਲਾਫ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਡਬਲ ਹੋ ਗਈ ਤੇ ਐਕਸਪਰਟਸ ਇਸ ਨੂੰ ਕਹਿ ਰਹੇ ਕਿ ਬੇਸ਼ੱਕ ਤੁਸੀਂ ਕਿਲਾ ਬਚਾ ਲਿਆ, ਪਰ ਇਹ ਕਿਤੇ ਨਾ ਕਿਤੇ ਇੱਕ ਨੀਹਾਂ ਦੇ ਵਿੱਚ ਕੰਬਣੀ ਜ਼ਰੂਰ ਹੈ। ਦੇਖੋ ਗੌਰਵ ਜੀ, ਸਭ ਤੋਂ ਪਹਿਲਾਂ ਸਿੱਖਾਂ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਅਮਨੋ ਅਮਾਨ ਦੇ ਨਾਲ ਹੋਈ ਹੈ, ਉਹਦੇ ਲਈ ਖਾਲਸਾ ਪੰਥ ਨੂੰ, ਸਮੂਹ ਨਾਨਕ ਨਾਮਲੇਵਾ ਨੂੰ, ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ। ਇਸ ਚੋਣ ਨੇ ਅੱਜ ਦੋ ਚੀਜ਼ਾਂ ਬੜੇ ਸਪਸ਼ਟ ਰੂਪ ਦੇ ਵਿੱਚ ਸਾਬਤ ਕਰਤੀਆਂ ਨੇ ਕਿ ਕੋਈ ਵੀ ਜਿਹੜਾ ਸ਼ਖਸ ਹੈ ਉਹ ਪਾਰਟੀ ਤੋਂ ਵੱਡਾ ਨਹੀਂ ਹੁੰਦਾ। ਦੇਖੋ, ਬੀਬੀ ਜਗੀਰ ਕੌਰ ਜੀ 4 ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅੱਗੇ ਲੜੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਜੀ, ਔਰ ਉਥੋਂ ਹਮੇਸ਼ਾ ਜਿੱਤ ਕੇ ਜਾਂਦੇ ਨੇ। ਔਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਲੜੇ ਤਾਂ 2.5 ਗੁਣਾ ਦੇ ਵੱਡੇ ਫਰਕ ਨਾਲ ਉਹਨਾਂ ਨੇ ਚੋਣ ਹਾਰੀ। ਔਰ ਦੂਸਰੇ ਪਾਸੇ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ, ਦੇਖੋ ਇਹ ਜਿਹੜੀ ਚੋਣ ਸੀ ਇਹ ਬਹੁਤ ਮਹੱਤਵਪੂਰਨ ਚੋਣ ਸੀ, ਕਿਉਂਕਿ ਇੱਥੇ ਦੋ ਸਰਕਾਰਾਂ ਦਾ ਬਹੁਤ ਵੱਡਾ ਜ਼ੋਰ ਲੱਗਿਆ ਹੋਇਆ ਸੀ। ਚਾਹੇ ਉਹ ਕੇਂਦਰ ਦੀ BJP ਸਰਕਾਰ ਹੈ, ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਲਾਲਪੁਰਾ ਸਾਹਿਬ ਦੀ ਡਾਇਰੈਕਟ ਇੰਟਰਫੀਅਰੈਂਸ। ਦੇਖੋ, ਲਾਲਪੁਰਾ ਸਾਹਿਬ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਦਾ ਕੰਮ ਹੈ ਮਿਨੋਰਿਟੀਆਂ ਦੀ ਰਾਖੀ ਕਰਨਾ, ਤੇ ਉਹ ਆਪ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਮਾਣਮੱਤੀ ਸੰਸਥਾ ਹੈ ਉਹਨੂੰ ਤੋੜਨ ਦੇ ਵਿੱਚ ਰੋਲ ਅਦਾ ਕਰ ਰਹੇ ਸੀ। ਫੋਨ ਰਿਕਾਰਡਿੰਗਾਂ ਸਾਰਿਆਂ ਦੇ ਸਾਹਮਣੇ ਨੇ। ਪ੍ਰੋਫੈਸਰ ਸਰਚਾਂਦ ਕਿਸ ਤਰੀਕੇ ਦੇ ਨਾਲ ਮੈਮਲਾ ਨਾਲ ਤਾਲਮੇਲ ਕਰ ਰਹੇ ਸੀ, ਪੈਸੇ ਦਾ ਲੈਣ ਦੇਣ ਦੀ ਗੱਲ ਹੋ ਰਹੀ ਸੀ, ਔਰ ਉਹ ਤੋਂ ਬਾਅਦ ਐਡਮਿਟ ਵੀ ਕੀਤਾ ਪ੍ਰੋਫੈਸਰ ਸਰਚਾਂਦ ਨੇ। ਉਹ ਮੁੱਕਰੇ ਨਹੀਂ, ਉਹ ਕਹਿੰਦੇ ਠੀਕ ਹੈ ਜੀ, ਅਸੀਂ ਸਾਡਾ ਹੱਕ ਹੈ ਕਿਉਂਕਿ ਸਾਡੀ ਸੰਸਥਾ। ਔਰ ਦੂਜੇ ਪਾਸੇ ਸੂਬੇ ਦੀ ਸਰਕਾਰ। ਪਰ ਫਿਰ ਵੀ ਅੱਜ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਉਰੇ ਸਾਬਤ ਹੋਈ ਹੈ ਕਿ ਗੁਰੂ ਰਾਮਦਾਸ ਦੇ ਘਰ ਦੀ ਸ਼ਕਤੀ ਕਿੱਡੀ ਵੱਡੀ ਹੈ। ਸਰਕਾਰਾਂ ਦਾ ਜ਼ੋਰ ਲੱਗ ਗਿਆ, ਪਰ ਉੱਥੇ ਅੱਜ ਜਿੱਤ ਸੱਚਾਈ ਦੀ ਹੋਈ ਹੈ। ਔਰ ਧਾਮੀ ਸਾਹਿਬ ਬੜੀ ਸ਼ਾਨ ਦੇ ਨਾਲ ਉਹਨਾਂ ਨੇ ਚੋਣ ਜਿੱਤੀ ਹੈ ਔਰ ਲੋਕਾਂ ਨੇ ਦੁਬਾਰਾ ਵਿਸ਼ਵਾਸ ਪ੍ਰਗਟਾਇਆ। ਤੁਹਾਡੇ ਲਈ ਤੁਸੀਂ ਕਹਿ ਰਹੇ ਹੋ ਫਿਰ ਖਤਰੇ ਦੀ ਘੰਟੀ ਨਹੀਂ, ਤੁਹਾਡੇ ਲਈ ਕੋਈ ਖਤਰੇ ਦੀ ਘੰਟੀ ਨਹੀਂ ਹੈ? ਨਹੀਂ, ਦੇਖੋ, ਖਤਰੇ ਦੀ ਘੰਟੀ ਮੈਂ ਤਾਂ ਅੱਜ ਸੁਣ ਰਿਹਾ ਸੀ ਵੱਖ-ਵੱਖ ਨੁਮਾਇੰਦਿਆਂ ਨੂੰ ਦੂਜੀਆਂ ਪਾਰਟੀਆਂ ਤੋਂ। ਮੈਂ ਢੀਂਡਸਾ ਸਾਹਿਬ ਦਾ ਵੀ ਸੁਣਿਆ। ਦੇਖੋ, ਉਹਨਾਂ ਦੀ ਪਾਰਟੀ ਕਲੇਮ ਕਰਦੀ ਸੀ ਕਿ ਜੀ ਸਾਡੇ 54-55 ਜਿਹੜੇ ਬੰਦੇ ਨੇ ਉਹ ਬੀਬੀ ਜੀ ਦੇ ਨਾਲ ਨੇ, ਉਹ ਤੋਂ ਬਿਨਾਂ ਹੋਰ ਵੀ ਬਹੁਤ ਤਰ੍ਹਾਂ ਨੇ। ਅੱਜ ਵੋਟਾਂ ਨਿਕਲੀਆਂ ਨੇ 42, ਤਾਂ ਇਹ ਚੀਜ਼ ਉਹਨਾਂ ਦੀ ਵੀ ਖਤਰੇ ਦੀ ਘੰਟੀ ਹੈ ਕਿ ਜਿਹੜਾ ਉਹਨਾਂ ਦਾ ਕਲੇਮ ਸੀ 70 ਬੰਦਿਆਂ ਦਾ ਜਾਂ 75 ਬੰਦਿਆਂ ਦਾ, ਉਹਦੇ ਚੋਂ 30-35 ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਗਏ ਨੇ। ਸੋ ਇਹ ਦੋਨੇ ਪਾਸੇ ਹੈ। ਜਦੋਂ ਚੋਣ ਹੁੰਦੀ ਹੈ, ਦਾਅਵੇ ਦੋਨੇ ਪਾਸੇ ਹੁੰਦੇ ਨੇ, ਔਰ ਚੋਣ ਦਾ ਨਤੀਜਾ ਮੈਨੂੰ ਲੱਗਦਾ ਸਾਰਿਆਂ ਦੇ ਸਾਹਮਣੇ ਹੈ। ਔਰ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿੱਤ ਚੁੱਕੇ ਨੇ। ਲੋਕਾਂ ਨੇ ਤੇ ਮੈਂਬਰਾਂ ਨੇ ਵਿਸ਼ਵਾਸ ਪ੍ਰਗਟਾਇਆ ਔਰ ਆਸ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਕਰ ਰਹੀ ਹੈ, ਉਸੇ ਤਰੀਕੇ ਨਾਲ ਅੱਗੇ ਜ਼ਰੂਰ ਵਧੇਗੀ। ਮਨੁੱਖਤਾ ਦੀ ਸੇਵਾ ਦੇ ਵਿੱਚ ਵੀ, ਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵੀ, ਔਰ ਹਰ ਕਿਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਹੈ ਉੱਥੇ ਹਾਜ਼ਰ ਹੋਏਗੀ। ਲਾਜ਼ਮੀ ਤੌਰ ਤੇ ਉਮੀਦ ਇਸ ਤਰੀਕੇ ਦੀ ਹੈ, ਪਰ ਗੱਲ ਅੱਜ ਅਸੀਂ ਸਿਆਸਤ ਦੀ ਉਹ ਕਰਾਂਗੇ ਕਿਉਂਕਿ ਇਲੈਕਸ਼ਨ ਦੇ ਵਿੱਚ ਸਿਆਸੀ ਰੌਲਾ ਜ਼ਰੂਰ ਨਜ਼ਰ ਆਇਆ। ਮੈਂ ਦਾਦੂਵਾਲ ਸਾਹਿਬ ਦਾ ਰੁਖ ਕਰਦਾ, ਜਥੇਦਾਰ ਦਾਦੂਵਾਲ ਜੀ ਸਾਡੇ ਨਾਲ ਨੇ। ਦੇਖੋ, ਕਹਿੰਦੇ ਜ਼ੋਰ ਬੜਾ ਲਗਾਇਆ। ਦਾਦੂਵਾਲ ਸਾਹਿਬ, ਅਕਾਲੀ ਦਲ ਲਗਾਤਾਰ ਜ਼ਿਕਰ ਕਰ ਰਿਹਾ, ਕਹਿੰਦੇ ਜ਼ੋਰ ਬਹੁਤ ਲਗਾਇਆ। ਇਲਜ਼ਾਮ ਇੱਥੋਂ ਤੱਕ ਨੇ ਕਿ BJP ਵੀ, ਇੱਧਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਇਲਜ਼ਾਮ
ਹਰਿਆਣਾ ਕਮੇਟੀ ਦੇ ਉੱਤੇ ਵੀ, ਦਿੱਲੀ ਵਾਲਿਆਂ ਤੇ ਵੀ, ਸਭ ਦੇ ਉੱਤੇ ਕਿ ਪੂਰਾ ਜ਼ੋਰ ਲਾ ਕੇ ਵੀ 42 ਵੋਟਾਂ ਹੀ ਮਿਲੀਆਂ ਤੁਹਾਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜਿੱਤੇ ਆ। ਉਹਨਾਂ ਦੀ ਸਾਫ਼ ਸੁਥਰੀ ਛਵੀ ਸੀ, ਉਹਨਾਂ ਦਾ ਪਿਛਲਾ ਕਾਰਜਕਾਲ ਜਿਹੜਾ ਸਾਫ਼ ਸੁਥਰਾ ਕਰਕੇ ਉਹ ਜਿੱਤੇ ਆ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਹਾਰੇ ਆ। ਸਰਦਾਰ ਧਾਮੀ ਜਿੱਤੇ ਆ, ਸਰਦਾਰ ਬਾਦਲ ਹਾਰੇ ਆ ਕਿ ਅੱਜ 20 ਮੈਂਬਰ ਹੋਰ ਉਹਨਾਂ ਦਾ ਸਾਥ ਛੱਡ ਕੇ ਜਿਹੜਾ ਹੈਗਾ ਉਹਨਾਂ ਦੀ ਬਗਾਵਤ 'ਚ ਖੜੇ ਹੋ ਗਏ ਆ। ਜੇ ਇਸ ਵਾਰ ਪਿਛਲੀ ਵਾਰ 20 ਤੋਂ ਇਸ ਵਾਰ 42 ਹੋ ਗਏ ਆ, ਜੇ ਜਰਨਲ ਚੋਣਾਂ ਨਾ ਹੋਈਆਂ ਤੇ ਅਗਲੇ ਸਾਲ ਨੂੰ ਇਹ 42-82 ਬਣ ਜਾਣਗੇ। ਇਹ ਜਿਹੜੀ ਚੋਣ ਹੋਈ ਹੈ ਨਾ, ਇਹਦੇ 'ਚ ਮੈਂ ਸਮਝਦਾ ਜਿੱਤ ਦੀਆਂ ਵਧਾਈਆਂ ਦੇਣ ਨਾਲੋਂ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ 20 ਮੈਂਬਰ ਉਹਨਾਂ ਦਾ ਹੋਰ ਸਾਥ ਛੱਡ ਕੇ ਚਲੇ ਗਏ, ਜਿਹੜੇ ਪੰਥ ਨੂੰ ਮਜ਼ਬੂਤ ਕਰਨ ਲਈ, ਬਾਦਲ ਪਰਿਵਾਰ ਦੀ ਮਨੋਪਲੀ ਤੋੜਨ ਵਾਸਤੇ, ਤੇ ਉਹਨਾਂ ਨੇ ਇਸ ਸੰਸਥਾ ਨੂੰ ਆਜ਼ਾਦ ਕਰਾਉਣ ਵਾਸਤੇ ਕਿ ਇੱਕ ਪਰਿਵਾਰ ਦੀ ਗੁਲਾਮੀ ਤੋਂ ਆਜ਼ਾਦ ਕਰਾ ਕੇ ਨਿਰਪੱਖ ਕੰਮ ਕਰੇ। ਅੱਜ ਜਿਹੜਾ ਉਹਨਾਂ ਨੇ 20 ਜਾਣਿਆਂ ਨੇ ਹੋਰ, ਪਿਛਲੀ ਵਾਰ ਇਹ 22 ਵੋਟਾਂ ਸੀਗੀਆਂ, ਇਸ ਵਾਰ 42 ਹੋ ਗਈਆਂ, 20 ਮੈਂਬਰ ਹੋਰ ਛੱਡ ਕੇ ਚਲੇ ਗਏ। ਇਹਦੇ ਚ ਮੈਂ ਇਹ ਸਰਦਾਰ ਧਾਮੀ ਸਾਹਿਬ ਨੂੰ ਵਧਾਈ ਦੇਣੀ ਚਾਹੁੰਦਾ ਵਾ ਕਿ ਉਹ ਜਿੱਤੇ ਨੇ, ਪਰ ਸਰਦਾਰ ਬਾਦਲ ਹਾਰੇ ਨੇ। ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਅੱਜ ਪੈਨਲ ਤੇ ਬੈਠੇ ਆ, ਇਹਨਾਂ ਨੂੰ ਵੀ ਵਧਾਈ ਦੇਣਾ ਕਿ ਇਹ ਅੱਜ ਐਗਜ਼ੈਕਟਿਵ ਮੈਂਬਰ ਬਣ ਕੇ ਪੰਥ ਦੇ ਵੱਲੋਂ ਜਿਹੜੀਆਂ ਨੇ ਬਾਦਲ ਪਰਿਵਾਰ ਦਾ ਵਿਰੋਧ ਕੀਤਾ, ਉਸ ਵਿਰੋਧ ਦੇ ਵਿੱਚ ਜਿਹੜੀਆਂ 42 ਵੋਟਾਂ ਪਈਆਂ ਉਹਦੇ ਚ ਅੱਜ ਐਗਜ਼ੈਕਟਿਵ ਮੈਂਬਰ ਬਣੇ ਆ। ਇਹਨਾਂ ਨੂੰ ਮੈਂ ਵਧਾਈ ਦਿੰਦਾ। ਠੀਕ ਹੈ, ਮੈਂ ਤੁਹਾਡੇ ਕੋਲ ਆਵਾਂਗਾ। ਮੈਂ ਰੰਧਾਵਾ ਜੀ ਦਾ ਇੱਕ ਵਾਰ ਰੁਕ ਕਰ ਲੈਣਾ। ਜਗੀਰ ਕੌਰ ਤੁਹਾਡੇ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਨੇ, ਜਿਵੇਂ ਦਾਦੂਵਾਲ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਐਗਜ਼ੈਕਟਿਵ ਦੇ ਮੈਂਬਰ ਵੀ ਬਣੇ ਨੇ। ਰੰਧਾਵਾ ਸਾਹਿਬ, 42 ਵੋਟਾਂ ਨਾਲ ਸੰਤੁਸ਼ਟੀ ਹੈ? ਕਿਉਂਕਿ ਜ਼ੋਰ ਕਹਿੰਦੇ ਬਹੁਤ ਲਗਾਇਆ ਸੀ, ਪਰ 42 ਵੋਟਾਂ ਮਿਲ ਗਈਆਂ, ਇਹੀ ਜਿੱਤ ਮੰਨ ਲਈ ਤੁਸੀਂ? ਬੀਬੀ ਜਗੀਰ ਕੌਰ ਕਹਿ ਰਹੇ ਨੇ ਕਿ ਹਾਂ 42 ਵੋਟਾਂ ਸਾਨੂੰ ਪਈਆਂ, ਸਾਡੇ ਲਈ ਇਹ ਜਿੱਤ ਵਰਗਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਮੁੱਚੇ ਜਿਹੜੇ ਅਹੁਦੇਦਾਰ ਮੈਂਬਰ ਸਾਹਿਬਾਨ ਚੁਣੇ ਗਏ ਨੇ ਉਹਨਾਂ ਨੂੰ ਵਧਾਈ ਦੇਣਾ, ਤੇ ਸਾਨੂੰ ਇਹ ਗੁਰੂ ਸਾਹਿਬ ਦੀ ਸੇਵਾ ਬਖਸ਼ਿਸ਼ ਹੋਈ ਹੈ। ਧੰਨਵਾਦ ਕਰਦਾ ਮੈਂ ਸਾਡੇ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ ਦਾ ਕਿ ਉਹਨਾਂ ਨੇ ਵਧਾਈ ਦਿੱਤੀ ਹੈ। ਤੇ ਜਿੱਥੋਂ ਮੈਂ ਸਾਰੀ ਗੱਲਬਾਤ ਤੁਹਾਡੀ ਸੁਣ ਰਿਹਾ ਸੀ, ਕਿਉਂਕਿ ਮੈਂ ਪਿਛਲੇ ਸਾਲ ਵੀ ਐਗਜ਼ੈਕਟਿਵ ਦੇ ਵਿੱਚ ਕੰਮ ਕੀਤਾ ਜੀ। ਦੇਖੋ, 2011 ਦੇ ਵਿੱਚ ਇਹ ਚੋਣ ਹੋਈ ਸੀ। ਤੁਸੀਂ ਇਹ ਸੋਚੋ ਕਿ ਉਸ ਵਕਤ ਜਿਹੜੇ ਵਿਰੋਧੀ ਮੈਂਬਰ ਸੀ ਉਹ ਕਿੰਨੇ ਜਿੱਤੇ। ਮੈਂ ਤੇ ਸਮਝ ਰਿਹਾ ਕਿ ਜੇ ਅੱਜ ਅਕਾਲੀ ਦਲ ਬਾਦਲ ਇਹ ਜਸ਼ਨ ਮਨਾ ਰਿਹਾ ਕਿ ਅਸੀਂ ਜਿੱਤੇ ਹਾਂ, ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਕਿਹਦੇ ਵਿਰੁੱਧ ਜਿੱਤੇ ਨੇ। ਬੀਬੀ ਜਗੀਰ ਕੌਰ ਅੱਜ ਤੋਂ 15 ਦਿਨ ਪਹਿਲਾਂ ਤੱਕ ਲਗਾਤਾਰ ਦਹਾਕਿਆਂ ਤੋਂ ਅਕਾਲੀ ਦਲ ਦੇ ਲੀਡਰ ਨੇ। ਸੋ ਜੇ ਅੱਜ ਅਕਾਲੀ ਦਲ ਆਪਣੇ 20 ਮੈਂਬਰ ਗਵਾ ਕੇ ਤੇ ਆਪਣਾ ਇੱਕ ਲੀਡਰ ਗਵਾ ਕੇ ਜਸ਼ਨ ਮਨਾ ਰਿਹਾ ਹੈ, ਸੋ ਇਹਨਾਂ ਨੂੰ ਮੁਬਾਰਕ, ਇਹਨਾਂ ਦੀ ਸੋਚ ਨੂੰ ਮੁਬਾਰਕ। ਤੇ ਜਿੱਥੋਂ ਤੱਕ ਰਹੀ ਗੱਲ ਕਿ ਇਹ ਜਿਹੜੇ 42 ਮੈਂਬਰ ਨੇ, ਇਹਨਾਂ ਦੇ ਵਿੱਚ ਅਸੀਂ 2015 ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਕਾਲੀ ਸਰਕਾਰ ਵੇਲੇ ਬੇਅਦਬੀ ਹੋਈ ਜੀ, ਬਰਗਾੜੀ ਬਾਈਬਲ ਦੇ ਵਿੱਚ ਜਲਿਆਂਵਾਲਾ ਬਾਗ ਬਣਾ ਕੇ ਜਦੋਂ ਗੋਲੀਆਂ ਨਾਲ ਭੁੰਨਿਆ ਗਿਆ ਔਰ ਦੋਸ਼ੀ ਪੁਲਿਸ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਹੋਈ, ਉਸ ਵਕਤ ਅਸੀਂ ਸ਼੍ਰੋਮਣੀ ਅਕਾਲੀ ਇਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਰਿਜ਼ਾਈਨ ਦਿੱਤੇ ਸੀ ਜੀ। ਰਿਜ਼ਾਈਨ ਭਾਵੇਂ ਬਹੁਤ ਸਾਰਿਆਂ ਨੇ ਦਿੱਤੇ ਸੀ, ਤੇ ਪਰ ਅੱਜ ਉਹਨਾਂ ਦੇ ਰਿਜ਼ਾਈਨ ਜਿਹੜੇ ਨੇ ਉਹ ਬਲਕਿ ਉਹ ਵੀ ਮੰਨ ਚੁੱਕੇ ਨੇ। ਚਲੋ ਇਹ ਆਪਣਾ ਆਪਣਾ ਅਖਲਾਕ ਹੁੰਦਾ ਤੇ ਆਪਣਾ ਆਪਣਾ ਜਵਾਬ ਦੇਣ ਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ। ਇਹਦਾ ਹੁਣੇ ਭਾਈ ਸਾਹਿਬ ਅਕਾਲੀ ਦਲ ਤੋਂ ਕਹਿ ਰਹੇ ਸੀ ਕਿ ਮਨੁੱਖਤਾ ਦੀ ਸੇਵਾ ਕਰੇ। ਕਾਸ਼ ਜੇ ਮਨੁੱਖਤਾ ਦੀ ਸੇਵਾ ਕਰਦੀ ਹੁੰਦੀ ਤਾਂ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਹ ਮਨੁੱਖਤਾ ਦੀ ਸੇਵਾ ਤਾਂ ਕਰ ਰਹੀ ਹੈ, ਪਰ ਇਹ ਮਨੁੱਖਾਂ ਦੀ ਸੇਵਾ ਕਰ ਰਹੀ ਹੈ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੇ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਅਕਾਲੀ ਲੀਡਰਾਂ ਨੇ ਜਾ ਕੇ ਜੇ ਇਹ ਕਹਿਣ ਕਿ ਮੈਂ ਝੂਠੇ ਇਲਜ਼ਾਮ ਲਾਉਣਾ ਔਰ ਮੈਂ ਇਸ ਗੱਲ ਨੂੰ ਸਾਬਤ ਕਰ ਦਿਆਂਗਾ ਤੇ ਉਸ ਤੋਂ ਬਾਅਦ ਮੈਂ ਕਦੇ ਬੋਲਾਂਗਾ ਨਹੀਂ। ਗੱਲ ਇਹ ਹੈ ਕਿ ਅਸੀਂ ਇਕੱਲਾ ਇਹ ਨਹੀਂ ਕਿ ਮੈਂ ਅੱਜ ਤੁਹਾਡੇ ਚੈਨਲ ਤੇ ਗੱਲ ਕਰ ਰਿਹਾ, ਪੂਰੇ 1 ਸਾਲ
ਐਗਜ਼ੈਕਟਿਵ ਦੇ ਵਿੱਚ ਜਿਹੜੀਆਂ ਵੱਡੀਆਂ ਸਾਡੀਆਂ ਖਾਮੀਆਂ ਉਹ ਰੱਖੀਆਂ ਜੀ। ਬਹੁਤ ਸਾਰੇ ਮਸਲੇ ਧਾਮੀ ਸਾਹਿਬ ਨੇ ਹੱਲ ਵੀ ਕੀਤੇ, ਬਹੁਤ ਸਾਰੇ ਜਿਹੜੇ ਨੇ ਉਹ ਬਾਕੀ ਵੀ ਰਹੇ। ਸੋ ਇਹ ਸਵਾਲ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ। ਪਰ ਦੇਖੋ, ਪ੍ਰਸ਼ਾਸਨਿਕ ਤੌਰ ਤੇ ਜਾਂ ਕੋਈ ਸੰਸਥਾ ਦੇ ਵਿੱਚ ਘਾਟਵਾਦ ਹੁੰਦੀ ਰਹਿੰਦੀ ਹੈ। ਜੇ ਅਸੀਂ ਕਹੀਏ ਨਾ ਕੋਈ ਮਨੁੱਖ ਪੂਰਾ ਹੁੰਦਾ ਤੇ ਨਾ ਕਦੇ ਕੋਈ ਸੰਸਥਾ ਪੂਰੀ ਹੁੰਦੀ ਹੈ। ਪਰ ਇਸ਼ੂ ਵੱਡਾ ਇਹ ਆ ਕਿ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਉਸ ਵਕਤ ਤੋਂ ਹੀ ਇਹ ਮੈਂਬਰ ਜਿਹੜੇ ਨੇ ਲਗਾਤਾਰ ਬਾਹਰ ਨਿਕਲਣੇ ਸ਼ੁਰੂ ਹੋਏ ਹੋਏ ਨੇ ਔਰ ਬਾਹਰ ਜਿਹੜੇ ਨੇ ਉਹ ਜਾ ਰਹੇ ਨੇ। ਨਹੀਂ, ਪਰ ਰੰਧਾਵਾ ਸਾਹਿਬ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ। ਮੈਂ ਤੁਹਾਡੀ ਗੱਲ ਨੂੰ ਜਿੰਨਾ ਸਮਝ ਸਕਿਆ, ਤੁਸੀਂ ਜਿਹੜੇ 22 ਤੋਂ 42 ਹੋਈਆਂ ਨੇ ਵੋਟਾਂ, ਉਸ ਨੂੰ ਸਮਝ ਰਹੇ ਹੋ ਕਿ ਬਹੁਤ ਵੱਡੀ ਜਿੱਤ ਆ ਔਰ ਡੈਂਟ ਹੈ ਅਕਾਲੀ ਦਲ ਦੇ ਵਿੱਚ। ਨਹੀਂ, ਮੈਂ ਇਸ ਨੂੰ ਇਹ ਨਹੀਂ ਕਹਿ ਰਿਹਾ ਕਿ ਇਹ ਸਾਡੀ ਬਹੁਤ ਵੱਡੀ ਜਿੱਤ ਆ। ਸਾਡੀ ਜਿੱਤ ਤੇ ਉਦੋਂ ਮੰਨਾਂਗੇ ਜਦੋਂ ਜਨਰਲ ਚੋਣ ਹੋਊਗੀ, ਮੈਦਾਨ ਦੇ ਵਿੱਚ ਜਾ ਕੇ ਸਾਹਮਣੇ ਜਾ ਕੇ ਪਤਾ ਲੱਗੂਗਾ। ਕਿਉਂਕਿ ਸਾਰੇ ਹੀ ਮੈਂਬਰ ਜਿਹੜੇ ਨੇ ਅਕਾਲੀ ਦਲ ਬਾਦਲ ਦੇ ਚੁਣੇ ਨੇ। ਇਹ ਸਾਡੀ ਜਿੱਤ ਨਹੀਂ ਹੈ, ਪਰ ਇਹ ਅਕਾਲੀ ਦਲ ਬਾਦਲ ਦੀ ਜ਼ਰੂਰ ਹਾਰ ਹੈ। ਇਹ ਸਾਨੂੰ ਮੰਨਣੀ ਪਊਗੀ ਕਿਉਂਕਿ ਮੈਂਬਰ ਉਹਨਾਂ ਦੇ ਗਏ ਨੇ, ਉਹਨਾਂ ਦੀਆਂ ਟਿਕਟਾਂ ਤੇ ਜਿੱਤੇ ਹੋਏ ਨੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਣਾ। ਮੈਂ ਇਸ ਪੁਆਇੰਟ ਦੇ ਉੱਤੇ ਵਾਪਸ ਆਵਾਂਗਾ। ਇਨਫੈਕਟ ਸਾਡੇ ਨਾਲ ਅਕਾਲੀ ਦਲ ਦੇ ਨੁਮਾਇੰਦੇ ਨੇ। ਕਲੇਰ ਸਾਹਿਬ, ਥੋੜੇ ਸਮਾਂ ਦਿਓ, ਇੱਕ ਵਾਰੀ ਹਰਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਰੁਖ ਕਰ ਲਈਏ। ਹਰਦੀਪ ਜੀ ਆਜ਼ਾਦ SGPC ਮੈਂਬਰ ਨੇ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ, ਤੇ ਉਹਨਾਂ ਨੇ ਵੋਟ ਹੱਕ ਦਾ ਇਸਤੇਮਾਲ ਅੱਜ ਨਹੀਂ ਕੀਤਾ। ਜਿਹੜੇ ਗੈਰ ਹਾਜ਼ਰ ਰਹੇ ਉਹਨਾਂ ਦੇ ਵਿੱਚੋਂ ਇੱਕ ਸੀ ਹਰਦੀਪ ਜੀ। ਹਰਦੀਪ ਜੀ, ਦੋਵੇਂ ਚੀਜ਼ਾਂ ਸਮਝਣੀਆਂ ਚਾਹੁੰਦੇ ਆ, ਦਰਸ਼ਕ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਿਉਂ ਨਹੀਂ ਕੀਤਾ। ਤੇ ਦੂਜਾ ਪੁਆਇੰਟ, ਇਸ ਵਾਰ ਦੇ ਇਲੈਕਸ਼ਨ ਤੁਹਾਨੂੰ ਕੁਝ ਵੱਖਰੇ ਨਜ਼ਰ ਆਏ, ਕੀ ਅਲੱਗ ਹੁੰਦਾ ਹੋਇਆ ਨਜ਼ਰ ਆਇਆ? ਪਹਿਲੀ ਚੀਜ਼ ਤੇ ਮੈਂ ਆਜ਼ਾਦ ਮੈਂਬਰ ਚੋਣ ਤੋਂ ਹੈਗਾ ਜੀ। ਰਾਦਰ ਮੈਂ 2003 ਤੋਂ ਹੀ ਲਗਾਤਾਰ ਆਜ਼ਾਦ ਤੌਰ ਤੇ ਹਾਂ। ਠੀਕ ਹੈ। ਔਰ ਜੇ ਇਹ 42 ਮੈਂਬਰਸ ਨੇ, ਇਹਨਾਂ ਵਿੱਚ ਮੇਰੇ ਮੁਤਾਬਿਕ ਤਕਰੀਬਨ 40 ਜਾਂ 41 ਜਿਹੜੇ ਨੇ, 39 ਤੋਂ 41, ਇਹ ਸਾਰੇ ਅਕਾਲੀ ਦਲ ਦੇ ਵਿੱਚੋਂ ਜਿਹੜੇ ਨੇ ਉਹ ਸਮੇਂ ਦੇ ਮੁਤਾਬਿਕ ਬਾਹਰ ਆਏ ਨੇ। ਤੇ ਮੇਰਾ ਜੋ ਅੱਜ ਦੀ ਇਹ ਸਥਿਤੀ ਹੈ, ਇਹ ਮੈਂ ਕੁਝ ਕੱਲ ਚੈਨਲਸ ਦੇ ਨਾਲ ਗੱਲ ਹੋਈ ਸੀ ਤੇ ਮੈਂ ਇਹੋ ਫਿਗਰ ਜਿਹੜੀ ਹੈ ਆਲਮੋਸਟ ਦੱਸੀ ਸੀ, ਔਰ ਸਾਰੀ ਸਥਿਤੀ ਜਿਹੜੀ ਹੈਗੀ ਹੈ ਉਸ ਨੂੰ ਭਾਂਪਿਆ ਸੀ ਕਿ ਇਹੋ ਨੰਬਰ ਰਹਿਣ ਵਾਲਾ ਹੈ, ਜਿਹੜਾ ਅੱਜ 107-40 ਦੇ ਨੇੜੇ ਦੀ ਗੱਲ ਜਿਹੜੀ ਹੈ ਇਹ ਕੱਲ ਤੋਂ ਸਪਸ਼ਟ ਸੀ। ਠੀਕ ਹੈ। ਰਹੀ ਗੱਲ ਕਿ ਮੈਂ ਜੋ ਦੇਖਾਂ ਕਿ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਯਤਨਸ਼ੀਲ ਹੈਗੇ ਨੇ, ਲੇਕਿਨ ਮੈਂ ਪਿਛਲੇ ਲੰਬੇ ਸਮੇਂ ਸ਼੍ਰੋਮਣੀ ਕਮੇਟੀ ਦਾ ਜੋ ਕਾਰਗੁਜ਼ਾਰੀ ਜਿਸ ਤਰੀਕੇ ਚੱਲ ਰਹੀ ਹੈ ਉਸ ਤੋਂ ਡਿਸਅਪੁਆਇੰਟਡ ਆ। ਔਰ ਇਹ ਜਿਹੜੇ ਗੈਰ ਵਾਜਬ ਦਾ ਸਾਰਾ ਸਿਸਟਮ ਚੱਲਦਾ ਪਿਆ, ਔਰ ਡੇ ਬਾਈ ਡੇ ਪੋਲਿਟਿਸਾਈਜੇਸ਼ਨ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ, ਘਟੀ ਨਹੀਂ ਸਗੋਂ ਵੱਧਦੀ ਜਾ ਰਹੀ ਹੈ। ਉਸ ਨੂੰ ਜਿਹੜਾ ਹੈ ਡਿਸਕਰੇਜਡ ਮੈਂ ਕਹਾਂ। ਔਰ ਸਥਿਤੀ ਹੱਲ ਹਲੇ ਲੱਗਦਾ ਪਿਆ। ਇਹ ਸਭ ਉਤਰਾ ਚੜਾ ਨੇ। ਮੈਂ ਤੁਹਾਨੂੰ ਇਹ ਗੱਲ ਐਡ ਕਰਾਂ ਕਿ ਇਹ 2 ਨੰਬਰ ਤੇ ਆਉਂਦੀ ਹੈ ਚੋਣ ਜੋ 2022 ਦੀ ਹੋਈ ਹੈ। ਅੱਜ ਤੋਂ 20 ਸਾਲ ਪਹਿਲਾਂ 2002 ਦੀ ਚੋਣ ਆ ਜੀ, ਉਸ ਦੇ ਵਿੱਚ ਇੱਕ ਵਾਰ 68 ਮੈਂਬਰ ਅਕਾਲੀ ਦਲ ਦੇ ਉਲਟ ਪੁੱਤੇ ਨੇ। 91 ਵੋਟਾਂ ਪਈਆਂ ਸਾਨੂੰ ਉਸ ਵਕਤ ਅਕਾਲੀ ਦਲ ਨੂੰ, 68 ਵੋਟਾਂ ਪਈਆਂ ਸੀ ਵਿਰੋਧੀ ਧਿਰਾਂ ਨੂੰ, ਔਰ 23 ਵੋਟਾਂ ਦਾ ਕੇਵਲ ਫਰਕ ਸੀ। ਇਤਨੀ ਨਜ਼ਦੀਕ ਪਹੁੰਚੀ ਹੋਈ ਸੀ ਉਸ ਵਕਤ ਤਬਦੀਲੀ। ਠੀਕ ਹੈ। ਲੇਕਿਨ ਅਕਾਲੀ ਦਲ ਉਸ ਚੋਂ ਜਿਹੜਾ ਹੈ ਉਹ ਰਿਵਾਈਵ ਕੀਤਾ। ਅਗਲੀ ਜਿਹੜੀ 2003 ਦੀ ਚੋਣ ਹੋਈ, ਉਸ ਵਿੱਚ 30 ਮੈਂਬਰ ਜਿੱਤ ਕੇ 27-28 ਮੈਂਬਰ ਜਿੱਤ ਕੇ ਆਏ। ਲੇਕਿਨ ਉਹ ਬੇਇਤਫਾਕੀ ਦਾ ਦੌਰ ਲਗਾਤਾਰ ਚੱਲਿਆ ਔਰ ਲਗਾਤਾਰ ਘਟਿਆ। 2011 ਦੀ ਚੋਣ 'ਚ ਉਹ ਜਿਹੜਾ ਆਜ਼ਾਦ ਮੈਂਬਰਾਂ ਦੀ ਜਿਹੜੀ ਗਿਣਤੀ ਹੈ ਉਹ 3-4 ਰਹਿ ਗਈ ਕੇਵਲ। ਸੋ ਇਹ ਆ ਚੜਾ ਰਹਿੰਦੇ ਰਹੇ ਨੇ। ਰਾਜਨੀਤਿਕ ਦਖਲ ਅੰਦਾਜ਼ੀ ਮੈਂ ਕਹਾਂ ਕਿ ਜੇ 2002 'ਚ ਵੀ ਸੀ ਉਹ 2022 'ਚ ਵੀ ਹੈ, ਲਗਾਤਾਰਤਾ ਹੈ। ਕੌਮ ਦੇ ਲਈ ਇਹ ਨੁਕਸਾਨਦੇਹ ਹੈ, ਇਹ ਮੈਂ ਕਹਿਣਾ ਜ਼ਰੂਰ ਚਾਹਾਂਗਾ। ਹਾਂ, ਜੋ ਕਾਰਗੁਜ਼ਾਰੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਸ ਦੇ ਉੱਤੇ ਵੱਡੇ ਸਵਾਲ ਰਹੇ ਨੇ, ਉਹਦੇ 'ਚ ਵੱਡੀਆਂ ਇੰਪਰੂਵਮੈਂਟਸ ਦੀ ਲੋੜ ਹੈ। ਕੌਮ ਦੇ ਹਿੱਤਾਂ ਨੂੰ ਵਿਸਾਰਿਆ ਤੇ ਤਾਂ ਅੱਜ ਜੋ ਹੈ ਉਹ ਬਾਕੀ ਸਾਰੇ ਮੈਂਬਰਸ ਕੀ ਤੇ ਸਿੱਖ ਪੰਥ ਜਿਹੜਾ ਉਹ ਵਿਰੋਧ ਕਰਦਾ ਪਿਆ। ਇਹ ਜੇਕਰ ਸੰਸਥਾਵਾਂ ਜ਼ਰੂਰ ਬਚਣੀਆਂ ਚਾਹੀਦੀਆਂ। ਸੰਸਥਾਵਾਂ ਦੇ ਉੱਤੇ ਇਹ ਨਾ ਹੋਵੇ ਕਿ ਅੱਜ ਤੋਂ ਵੀ ਆਉਂਦੇ ਸਮੇਂ 'ਚ ਮਾੜੇ ਹਾਲਾਤ ਪੈਦਾ ਹੋਣ ਜਿਹੜੇ ਕਿ ਦਿਸਦੇ ਪਏ ਨੇ। ਲੇਕਿਨ ਸੰਸਥਾ ਬਚਣੀ ਚਾਹੀਦੀ ਹੈ, ਖੇਤਰੀ ਪਾਰਟੀ ਬਚਣੀ ਚਾਹੀਦੀ ਹੈ। ਇਹ ਆਮ ਸਿੱਖ ਦਾ ਇੱਕ ਜੋ ਮਨ ਦਾ ਬਲਬਲਾ ਹੈ ਤੇ ਦਰਦ ਆ, ਇਹ ਜੋ ਮੈਂ ਸਮਝਦਾ। ਠੀਕ ਹੈ। ਤੁਹਾਡੀ ਪੂਰੇ ਜਿਹੜੇ ਪੁਆਇੰਟ ਹੈ ਉਸ ਦੇ ਵਿੱਚੋਂ 2 ਮੈਨੂੰ ਅਹਿਮ ਪੁਆਇੰਟ ਲੱਗ ਰਹੇ ਨੇ। ਇਨਫੈਕਟ ਸਾਰੀਆਂ ਚੀਜ਼ਾਂ ਬਹੁਤ ਅਹਿਮ ਨੇ। ਇੱਕ ਤੁਸੀਂ ਕਹਿ ਰਹੇ ਹੋ ਕਿ 39 ਦੇ 40 ਕਰੀਬ ਉਹੀ
ਜਿਹੜੇ ਵੋਟਾਂ ਨੇ ਜਾਂ ਮੈਂਬਰ ਸੀ ਜੋ ਅਕਾਲੀ ਦਲ ਦੇ ਨਾਲ ਕਿਸੇ ਸਮੇਂ ਜੁੜੇ ਰਹੇ ਨੇ, ਤੇ ਦੂਜਾ ਤੁਸੀਂ ਕਹਿ ਰਹੇ ਹੋ ਕਿ ਸਿਆਸੀ ਦਖਲਅੰਦਾਜ਼ੀ ਆ, ਸਿਆਸੀਕਰਨ ਬਹੁਤ ਹੁੰਦਾ ਜਾ ਰਿਹਾ ਹੈ, ਖਾਸ ਤੌਰ ਤੇ ਐਸਜੀਪੀਸੀ ਦੀ ਚੋਣ ਦਾ। ਕਲੇਰ ਸਾਹਿਬ, ਮੈਂ ਤੁਹਾਡੇ ਕੋਲ ਆਉਣਾ। ਪਹਿਲਾ ਪੁਆਇੰਟ, ਕਹਿੰਦੇ 42 ਤੋਂ 82 ਕਦੋਂ ਹੋ ਜਾਣੇ ਨੇ ਪਤਾ ਹੀ ਨਹੀਂ ਲੱਗਣਾ, ਕਿ ਇਸ ਵਾਰ 42 ਨੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਜਿੱਤ ਗਏ, ਤੁਸੀਂ ਬਹੁਤ ਜ਼ੋਰ ਲਗਾ ਲਿਆ ਜਾਂ ਤੁਹਾਡੇ ਖਿਲਾਫ ਬਹੁਤ ਜ਼ੋਰ ਲੱਗ ਲਿਆ, ਪਰ ਇਹ 82 ਵੀ ਹੋ ਸਕਦੇ ਨੇ ਅਗਲੀ ਵਾਰ ਨੂੰ ਜੇ ਆਮ ਚੋਣਾਂ ਨਾ ਹੋਈਆਂ। ਦੇਖੋ, ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਰੰਧਾਵਾ ਜੀ ਨੂੰ ਵਧਾਈ ਕਿ ਉਹ ਐਗਜ਼ੈਕਟਿਵ ਮੈਂਬਰ ਚੁਣੇ ਗਏ ਨੇ, ਔਰ ਜਿਹੜਾ ਹੁਣ ਉਹ ਪ੍ਰਬੰਧਾਂ ਤੇ ਸਵਾਲ ਕਰ ਰਹੇ ਨੇ, ਮੈਂ ਤਾਂ ਕਹੂੰਗਾ ਕਿ ਹੁਣ ਆਪ ਐਗਜ਼ੈਕਟਿਵ ਦੇ ਵਿੱਚ ਆ ਗਏ ਨੇ। ਆਸ਼ਾ ਕਰਦਾ ਕਿ ਇਹ ਆਪਣਾ ਜਿਹੜਾ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਬੜੀ ਤਨਦੇਹੀ ਦੇ ਨਾਲ ਨਿਭਾਉਣਗੇ। ਔਰ ਦੂਜੀ ਗੱਲ ਆ, ਦੇਖੋ ਜਿਹੜੇ ਅਜੇ 42 ਮੈਂਬਰਾਂ ਦਾ ਜ਼ਿਕਰ ਕਰ ਰਹੇ ਆ, 42 ਵੋਟਾਂ ਦਾ ਜ਼ਿਕਰ ਕਰ ਰਹੇ ਨੇ, ਜਿੱਥੇ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਸਾਰੇ ਬਾਦਲ ਸਾਹਿਬ ਤੋਂ ਉਲਟ ਹੋ ਗਏ, ਉੱਥੋਂ ਨਿਕਲ ਕੇ ਆਏ ਨੇ, ਇਹਨਾਂ ਨੂੰ ਜਸ਼ਨ ਨਹੀਂ ਮਨਾਉਣੇ ਚਾਹੀਦੇ। ਮੈਂ ਵੀ ਇਹਨਾਂ ਨੂੰ ਇਹ ਗੱਲ ਕਹੂੰਗਾ ਕਿ ਜਸ਼ਨ ਇਹ ਵੀ ਨਾ ਮਨਾਉਣ, ਕਿਉਂਕਿ 42 ਦੇ ਵਿੱਚ ਬੀਜੇਪੀ ਦਾ ਕਿੰਨਾ ਯੋਗਦਾਨ ਹੈ, ਕਿਸ ਤਰੀਕੇ ਦਾ ਉਰੇ ਸਿਸਟਮ ਚੱਲਿਆ ਖਰੀਦੋ ਫਰੋਖਤ ਦਾ, ਕਿਸ ਤਰੀਕੇ ਦੇ ਫੋਨ ਉੱਪਰਲੇ ਲੀਡਰਾਂ ਤੋਂ, ਲਾਲਪੁਰਾ ਸਾਹਿਬ ਤੋਂ ਲੈ ਕੇ, ਔਰ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ YouTube ਚੈਨਲ ਦੇ ਉੱਤੇ ਬੀਬੀ ਜਗੀਰ ਕੌਰ ਜੀ ਨਾਲ ਫੋਟੋ ਸ਼ੇਅਰ ਕਰਨਾ, ਇਹ ਸਾਰਾ ਕੁਝ 42 ਦੇ ਪਿੱਛੇ ਹੈ। ਸੋ ਇਹ ਵੀ ਇਹ ਸਮਝਣ ਕਿ ਕਿਹਦੀ ਤਾਕਤ ਤੇ ਇਹਨਾਂ ਨੂੰ ਅੱਜ ਸ਼ਾਇਦ ਸਮਝ ਪੈ ਰਹੀ ਹੈ ਜਾਂ ਨਹੀਂ ਪੈ ਰਹੀ ਕਿ ਕਿਹਦੀ ਤਾਕਤ ਤੇ ਖੇਡ ਕੇ ਕਿਹੜੀ ਸੰਸਥਾ ਦਾ ਨੁਕਸਾਨ ਕਰ ਰਹੇ। ਔਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ 20 ਮੈਂਬਰ ਦੂਜੇ ਪਾਸੇ ਚਲੇ ਗਏ ਜਿਸ ਦਾ ਜ਼ਿਕਰ ਹੋ ਰਿਹਾ ਹੈ, ਇਹ ਬੀਜੇਪੀ ਦੀ ਵਜ੍ਹਾ ਨਾਲ ਗਏ ਨੇ। ਨਹੀਂ, ਬੜਾ ਜ਼ੋਰ ਲੱਗਿਆ ਜੀ, ਇਸ ਦਾ ਪ੍ਰੂਫ ਦੇ ਨਾਲ ਗੱਲ ਕਰਦੇ ਆ। ਅਸੀਂ ਤਾਂ ਰਿਕਾਰਡਿੰਗ ਜਨਤਕ ਕੀਤੀ ਹੈ, ਔਰ ਰਿਕਾਰਡਿੰਗ ਨੂੰ ਕੋਈ ਡਿਨਾਈ ਨਹੀਂ ਕਰ ਸਕਿਆ, ਔਰ ਰਿਕਾਰਡਿੰਗ ਐਡਮਿਟ ਕੀਤੀ ਹੈ ਪ੍ਰੋਫੈਸਰ ਸਰਦਾਰ। ਮਤਲਬ ਤੁਸੀਂ ਕਹਿ ਰਹੇ ਹੋ ਆਪਰੇਸ਼ਨ ਲੋਟਸ ਇੱਥੇ ਵੀ ਚਲਾਤਾ ਬੀਜੇਪੀ। ਬਿਲਕੁਲ, ਪਰ ਮੈਂ ਫੇਰ ਗੱਲ ਕਹਿਣਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸਰਕਾਰਾਂ ਫੇਲ ਹੋ ਗਈਆਂ, ਮੁੱਦੇ ਮੁੱਢ ਗਈਆਂ। ਔਰ ਦੂਜੀ ਗੱਲ ਦੇਖੋ, ਜੋ 2015 ਦੇ ਵਿੱਚ ਹੋਇਆ, ਬੇਅਦਬੀ ਹੋਈ, ਉਹਦਾ ਦੁੱਖ ਹੈ। ਮੈਂ ਬਤੌਰ ਸਿੱਖ ਦੇ ਉਹਦਾ ਬਹੁਤ ਦੁੱਖ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ, ਔਰ ਇਹ ਤੋਂ ਮੰਦਭਾਗੀ ਗੱਲ ਕੋਈ ਨਹੀਂ ਹੋ ਸਕਦੀ। ਔਰ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਹਦਾ ਇਨਸਾਫ ਹੋਣਾ ਚਾਹੀਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ। ਪਰ ਮੈਂ ਰੰਧਾਵਾ ਸਾਹਿਬ ਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ 2015 ਦੀ ਬੇਅਦਬੀਆਂ ਤੋਂ ਬਾਅਦ ਪੰਜਾਬ ਦੇ ਵਿੱਚ 200 ਬੇਅਦਬੀਆਂ ਹੋਈਆਂ, ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਹੋਈ, ਕਲਿਆਣ ਸਭ ਤੋਂ ਛੋਟੇ ਸਰੂਪ ਚੋਰੀ ਹੋਏ, ਉੱਥੇ ਮੋਰਚਾ ਲੱਗਿਆ ਹੋਇਆ ਸੀ। ਇਹ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਕਿ ਸਿਰਫ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣਾ ਹੀ ਇਹਨਾਂ ਦੀ ਰਾਜਨੀਤੀ ਨੂੰ ਸੂਟ ਕਰਦਾ। ਔਰ ਦੂਜਾ ਸਵਾਲ ਮੇਰਾ ਦਾਦੂਵਾਲ ਸਾਹਿਬ ਨੂੰ, ਮੈਂ ਨਿੱਜੀ ਅਟੈਕ 'ਚ ਕਦੇ ਨਹੀਂ ਪੈਂਦਾ। ਮੈਂ ਦਾਦੂਵਾਲ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਦਾ। ਦਾਦੂਵਾਲ ਸਾਹਿਬ ਕਹਿੰਦੇ ਜੀ ਅਗਲੇ ਸਾਲ ਦੀ ਚੋਣ ਦਾ ਫਿਕਰ ਕਰਨ, ਅੱਜ 42 ਨੇ 82 ਹੁੰਦੇ ਦੇਰ ਨਹੀਂ ਲੱਗਣੀ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਰ ਲਈ ਤਾਂ 1 ਸਾਲ ਦੀ ਪਲੈਨਿੰਗ ਕਰਕੇ ਬੈਠੇ ਨੇ ਦਾਦੂਵਾਲ ਸਾਹਿਬ। ਮੈਂ ਪੁੱਛਣਾ ਚਾਹੁੰਦਾ ਵੀ ਹਰਿਆਣੇ 'ਚ ਨੋਟੀਫਿਕੇਸ਼ਨ ਆ ਗਈ, 41 ਮੈਂਬਰ ਸਰਕਾਰ ਨੇ ਨੋਟੀਫਾਈ ਕਰਤੇ, ਤੁਹਾਨੂੰ ਬਤੌਰ ਪ੍ਰਧਾਨ ਦੇ ਡਿਫੰਕਟ ਕਰਤਾ, ਪ੍ਰਧਾਨ ਜਨਰਲ ਸਕੱਤਰ ਉੱਥੇ ਸਰਕਾਰਾਂ ਨੋਮੀਨੇਟ ਕਰਿਆ ਕਰਨਗੀਆਂ। 1 ਮਹੀਨੇ ਦੇ ਵਿੱਚ ਉਹ ਤੁਹਾਡੇ ਤੋਂ ਸੰਸਥਾ ਖੋ ਕੇ ਲੈ ਗਏ, ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੇ ਗੱਲਾਂ ਕਰਦੇ ਹੋ। ਕਿਉਂ ਨਹੀਂ ਤੁਸੀਂ ਖੱਟੜ ਸਾਹਿਬ ਦੇ ਖਿਲਾਫ ਮੋਰਚਾ ਲਾਉਂਦੇ? ਕਿਉਂ ਨਹੀਂ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਦੇ ਖਿਲਾਫ ਲਾਉਂਦੇ? ਔਰ ਰਹੀ ਗੱਲ ਚੋਣ ਦੀ, ਦੇਖੋ ਗੁਰਦੁਆਰਾ ਚੋਣਾਂ ਦੀ ਗੱਲ ਹੁੰਦੀ ਹੈ, ਚੋਣ ਕਰਾਉਣੀ ਕਿਹਨੇ ਹੈ? ਦੇਸ਼ ਦੀ ਸਰਕਾਰ ਨੇ, ਜਿਹਦੇ ਨਾਲ ਦਾਦੂਵਾਲ ਸਾਹਿਬ ਅੱਜ ਕੱਲ ਸਭ ਤੋਂ ਨੇੜੇ ਨੇ। ਸਟੇਜਾਂ ਇਹ ਸਾਂਝੀਆਂ ਕਰਨ, ਸ਼੍ਰੋਮਣੀ ਅਕਾਲੀ ਦਲ ਦਾ ਤੋੜ ਵਿਛੋੜਾ ਹੋ ਗਿਆ। ਅਸੀਂ ਭਾਈਵਾਲੀ ਚੋਂ ਬਾਹਰ ਆ ਗਏ, ਵਜ਼ੀਰੀ ਛੱਡਤੀ। ਅੱਜ ਤਾਂ ਸਾਂਝ ਦਾਦੂਵਾਲ ਸਾਹਿਬ ਦੀ ਹੈ, ਚਾਹੇ ਖੱਟਰ ਸਾਹਿਬ ਹੋਣ ਚਾਹੇ ਮੋਦੀ ਜੀ ਹੋਣ, ਸਟੇਜਾਂ ਇਹਨਾਂ ਦੀਆਂ ਸਾਂਝੀਆਂ ਨੇ। ਬੀਜੇਪੀ ਨਾਲ ਸਾਂਝ ਇਹਨਾਂ ਦੀ ਹੈ। ਸੋ ਚੋਣਾਂ ਤਾਂ ਇਹਨਾਂ ਨੇ ਕਰਾਉਣੀਆਂ ਹੋਈਆਂ। ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰੇਗਾ। ਹਰਿਆਣਾ ਦੇ ਸੀਐਮ ਮੀਟਿੰਗ ਤਾਂ ਝਿੰਡਾ ਸਾਹਿਬ ਨਾਲ ਕਰਕੇ, ਜਿਸ ਦੇ ਉੱਤੇ ਤੁਸੀਂ ਬਹੁਤ ਇਤਰਾਜ਼ ਜਤਾਇਆ। ਨਹੀਂ, ਮੈਂ ਤਾਂ ਬਿਲਕੁਲ ਕਹਿਣਾ ਜੀ ਕਿ ਦਾਦੂਵਾਲ ਸਾਹਿਬ ਨੂੰ ਤਾਂ ਉਲਟਾ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਨ੍ਹਾਂ ਨੇ 1 ਮਹੀਨੇ 'ਚ ਇਹਨਾਂ ਤੋਂ ਸੰਸਥਾ ਖੋਲੀ। ਠੀਕ ਹੈ, ਮੈਂ ਰਿਐਕਸ਼ਨ ਲੈ ਲਵਾਂ। ਦਾਦੂਵਾਲ ਜੀ ਦੇਖੋ, ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬੀਜੇਪੀ ਦੇ ਉੱਤੇ ਇਲਜ਼ਾਮ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਵੱਲੋਂ, ਜੋ ਅੱਜ ਇਸ ਪੈਨਲ ਤੇ ਮੌਜੂਦ ਨੇ, ਇਹਦੇ ਵਾਸਤੇ ਚੰਗਾ ਹੁੰਦਾ ਜੇ ਤੁਸੀਂ ਬੀਜੇਪੀ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਪੈਨਲ ਦੇ ਵਿੱਚ ਸ਼ਾਮਲ ਕਰਦੇ ਤੇ ਆਪਣੀ ਪਾਰਟੀ ਦਾ ਦਖਲਅੰਦਾਜ਼ੀ ਹੈ ਜਾਂ ਨਹੀਂ ਉਹਦੇ ਬਾਰੇ ਬੀਜੇਪੀ ਦਾ ਨੁਮਾਇੰਦਾ ਜਿਹੜਾ ਸੀ ਉਹ ਪੈਨਲ ਦੇ ਵਿੱਚ ਆਪਣਾ ਪੱਖ ਰੱਖਦਾ। ਜਿਹੜਾ ਮੈਨੂੰ ਇਹਨਾਂ ਨੇ ਕਿਹਾ ਕਿ ਮੇਰੇ ਤੋਂ ਹਰਿਆਣਾ ਕਮੇਟੀ ਖੋ ਕੇ ਲੈ ਗਈ, ਮੈਂ ਕਲੇਰ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ, ਜਿਹੜੀ ਐਡਹੌਕ ਕਮੇਟੀ ਬਣੀ ਸੀ 18 ਮਹੀਨਿਆਂ ਵਾਸਤੇ, ਉਹ 8 ਸਾਲ ਲਗਾਤਾਰ ਚੱਲੀ ਹੈ। ਪਿਛਲੇ 2 ਸਾਲਾਂ ਤੋਂ ਮੈਂ ਪਹਿਲਾਂ ਸਰਬਸੰਮਤੀ ਦੇ ਨਾਲ ਤੇ ਫਿਰ ਮੈਂਬਰਾਂ ਦੀਆਂ ਚੋਣਾਂ 'ਚ ਇਲੈਕਟਡ ਪ੍ਰੈਜ਼ੀਡੈਂਟ ਚੱਲਿਆ ਆ ਰਿਹਾ। ਜਿੰਨਾ ਚਿਰ ਨਵੀਂ ਐਡਹੌਕ ਕਮੇਟੀ ਦੀ ਚੋਣ ਨਹੀਂ ਹੁੰਦੀ ਉਹਨਾਂ ਚਿਰ ਮੈਂ ਸੇਵਾ ਨਿਭਾ ਰਿਹਾ, ਤੇ ਕੋਈ ਕਮੇਟੀ ਸਾਡੇ ਤੋਂ ਖੋ ਕੇ ਨਹੀਂ ਲੈ ਗਿਆ। ਮੈਂ ਕੱਲ ਵੀ ਆਪਣੇ ਹੈੱਡ ਆਫਿਸ ਦੇ ਵਿੱਚ ਜਾ ਕੇ ਗੁਰਪੁਰਬ ਮਨਾ ਕੇ ਆਇਆ ਵਾਂ, 3-4 ਥਾਵਾਂ ਤੇ ਜਾ ਕੇ ਆਇਆ ਵਾਂ, ਕੈਥਲ, ਕਰਨਾਲ, ਰੋਹਤਕ। ਤੇ ਉਹ ਸੰਸਥਾ ਅਸੀਂ ਉਹਨੂੰ ਰਨ ਕਰ ਰਹੇ ਹਾਂ, ਅਸੀਂ ਚਲਾ ਰਹੇ ਹਾਂ ਉਸ ਨੂੰ ਬਕਾਇਦਾ।
ਇਹਦੇ ਵਿੱਚ ਤਾਂ ਕੋਈ ਸਾਡੇ ਤੋਂ ਚਲੋ ਹਰਿਆਣਾ ਮੈਂ- ਸਰਕਾਰ ਨੇ ਜਿਹੜੀ ਹੈਗੀ ਆ ਸਾਡੀ ਮੈਂ ਸੰਸਥਾ ਇੱਕ ਕੋਈ ਰਿਕੁਐਸਟ ਨਹੀਂ ਕਰੂੰਗਾ ਹੈ, ਪਰ ਦਾਦੂਵਾਲ ਮੈਂ ਜੀ ਇੱਕ ਗੱਲ ਕਿਉਂਕਿ ਜ਼ਰੂਰ ਇਸ ਹੈ। ਟੌਪਿਕ ਦੇ ਉੱਤੇ ਡਿਬੇਟ ਮੈਂ ਕਈ ਇਹ ਵਾਰ ਹੋ ਕਹਿਣਾ ਚੁੱਕੀ ਹੈ, ਆਪਾਂ ਚਾਹੁੰਦਾ, ਪੁਆਇੰਟ ਤੇ ਨਹੀਂ, ਵਾਪਸ ਆ ਮੇਰੀ ਇੱਕ ਗੱਲ ਸੁਣ ਨਹੀਂ ਤੁਸੀਂ ਇੱਕ 20 ਗੱਲ ਸੁਣ 20 ਲਿਓ, ਮੈਂਬਰਾਂ ਦਾ ਮੈਂ ਜ਼ਿਕਰ ਇਹਨਾਂ ਕਰ ਤੋਂ ਰਹੇ ਇਹ ਸੀ। ਜਵਾਬ ਦੇਖੋ ਅਕਾਲੀ ਦਲ ਕਹਿ ਰਿਹਾ ਕਿ 20 ਮੈਂਬਰਾਂ ਦੇ ਪਿੱਛੇ ਜ਼ੋਰ ਕਿਸ ਦਾ ਲੱਗਿਆ ਉਸ ਦੇ ਉੱਤੇ ਫੋਕਸ ਕਰੋ। ਨਹੀਂ, ਮੈਂ ਇਹ ਜਵਾਬ ਦੇਣਾ ਚਾਹੁੰਦਾ, ਦੇਖੋ ਕਿ ਇਹਦੇ ਵਿੱਚ ਸਾਰੇ ਮੈਂਬਰਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟ ਪਾਈ ਹੈ, ਕੋਈ ਕਿਸੇ ਤਰ੍ਹਾਂ ਦਾ ਦਖਲ ਨਹੀਂ। ਮੇਰੇ ਹਰਿਆਣੇ ਚੋਂ ਮੈਂਬਰ ਗਏ ਆ, ਦੇਖੋ ਉਹਨਾਂ ਨੇ ਖੁਦ ਕਿੰਨੇ ਦਿਨ ਪਹਿਲਾਂ ਖੁਦ ਸਟੇਟਮੈਂਟਾਂ ਪ੍ਰੈਸ ਦੇ ਵਿੱਚ ਜਾਰੀ ਕਰ ਦਿੱਤੀਆਂ ਸੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਲਈ ਬਾਦਲ ਪਰਿਵਾਰ ਦੇ ਕਬਜ਼ੇ ਚੋਂ ਛਡਾਉਣ ਵਾਸਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਆ ਵੋਟ ਕਰਾਂਗੇ। ਭਾਈ ਭੁਪਿੰਦਰ ਸਿੰਘ ਸੰਧ ਜਿਹੜੇ ਕਿ ਅੱਜ ਐਗਜ਼ੈਕਟਿਵ ਮੈਂਬਰ ਵੀ ਚੁਣੇ ਗਏ ਆ, ਉਹਨਾਂ ਦੇ ਵੱਲੋਂ ਮੈਂ ਸਮਝਦਾ ਅੱਜ ਪੰਥ ਮਜ਼ਬੂਤ ਹੋਇਆ ਕਿ ਅੱਜ 42 ਮੈਂਬਰ ਖੜ ਗਏ ਨੇ। ਤਾਂ ਮੈਂ ਕਿਹਾ ਜੇ ਜਰਨਲ ਚੋਣਾਂ ਨਹੀਂ ਤੇ ਅੱਗੇ 82 ਹੋਣਗੇ। ਬਾਦਲ ਪਰਿਵਾਰ ਦੀ ਅੱਜ ਸੁਖਬੀਰ ਸਿੰਘ ਬਾਦਲ ਦੀ ਹਾਰ ਹੋਈ ਆ, ਧਾਮੀ ਸਾਹਿਬ ਜਿੱਤੇ ਆ। ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਲੇਰ ਸਾਹਿਬ ਨੂੰ ਕਿ ਅੱਜ ਸਵੇਰ ਦਾ ਚੈਨਲਾਂ ਦੇ ਉੱਤੇ ਇੱਕ ਬਿਆਨ ਘੁੰਮ ਰਿਹਾ ਬਕਾਇਦਾ ਹਰੇਕ ਚੈਨਲ ਦੇ ਉੱਤੇ, ਤੇ ਸਾਰਿਆਂ ਪੋਸਟਾਂ ਵੀ ਪਾਈਆਂ ਨੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਆ ਨੇ ਬਿਆਨ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਜੇ ਬੀਬੀ ਦੀਆਂ 25 ਤੋਂ ਵੱਧ ਵੋਟਾਂ ਹੋ ਗਈਆਂ ਤੇ ਅਸੀਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈ ਲਵਾਂਗੇ, ਅਸਤੀਫਾ ਦਵਾ ਦੇਵਾਂਗੇ। ਮੈਂ ਕਲੇਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਅਸਤੀਫਾ ਕਦੋਂ ਦਵਾ ਰਹੇ ਨੇ ਉਹ? ਬਿਆਨ ਦੁਆਰਾ ਕਦੋਂ ਸਾਹਿਬ ਦੇਖੋ, ਮੈਂ ਫੇਰ ਦੁਬਾਰਾ ਕਹਿਣਾ ਕਿ ਆਪਾਂ SGPC ਤੇ ਐਡੇ ਪਵਿੱਤਰ ਮੁੱਦੇ ਦੇ ਉੱਤੇ ਡਿਬੇਟ ਕਰ ਰਹੇ, ਮੈਂ ਨਿੱਜੀ ਅਟੈਕ ਨਹੀਂ ਕਰਨਾ ਚਾਹੁੰਦਾ। ਤੁਸੀਂ ਬਿਆਨ ਦੁਬਾਰਾ ਸੁਣ ਲਓ ਕਿ ਵਲਟੋਆ ਸਾਹਿਬ ਨੇ ਕੀ ਕਿਹਾ ਸੀ। ਉਹਨਾਂ ਨੇ ਕਿਹਾ ਸੀ ਢੀਂਡਸਾ ਸਾਹਿਬ ਜੇ 25 ਤੋਂ ਨਾ ਵਧੀਆਂ ਤੁਸੀਂ ਅਸਤੀਫਾ ਦੇ ਦਿਓ। ਜਿਹੜੀ ਗੱਲ ਤੁਸੀਂ ਅੱਗੇ ਵਲਟੋਆ ਸਾਹਿਬ ਦੇ ਹਵਾਲੇ ਨਾਲ ਕਰ ਰਹੇ ਹੋ ਉਹ ਢੀਂਡਸਾ ਸਾਹਿਬ ਦਾ ਬਿਆਨ ਸੀ, ਸੋ ਉਹਦੇ ਬਾਰੇ ਢੀਂਡਸਾ ਸਾਹਿਬ ਬਿਹਤਰ ਦੱਸ ਸਕਦੇ ਨੇ। ਵਲਟੋਆ ਸਾਹਿਬ ਨੇ ਢੀਂਡਸਾ ਸਾਹਿਬ ਨੂੰ ਕਿਹਾ ਸੀ ਵੀ ਜੇ 25 ਤੋਂ ਨਾ ਪਈਆਂ ਵੱਧ ਤਾਂ ਤੁਸੀਂ ਅਸਤੀਫਾ ਦੇ ਦਿਓ। ਇਹ ਬਿਆਨ ਹੈ, ਚਾਹੇ ਨਿਊਜ਼ 18 ਦੁਬਾਰਾ ਚਲਾ ਦੇ ਦਰਸ਼ਕਾਂ ਵਾਸਤੇ। ਚਲੋ ਠੀਕ ਹੈ, ਮੈਂ ਇੰਡੀਵਿਜੂਅਲ ਵਾਲੇ ਬਿਆਨ ਦੇ ਉੱਪਰ ਨਾ ਜਾਵਾਂ। ਦਾਦੂਵਾਲ ਜੀ ਕੰਪਲੀਟ ਕਰ ਲਓ। ਦੇਖੋ ਗੱਲ ਤਾਂ ਇਹੀ ਹੈ ਕਿ 25 ਹੋਈਆਂ 42 ਹੋਈਆਂ ਜਿੱਤ ਨਹੀਂ ਮਿਲੀ। ਕਹਿ ਰਿਹਾ ਸੀ ਨਹੀਂ, ਇੱਕ ਮੈਂ ਗੌਰਵ ਜੀ ਵਾਲੀਆ ਜੀ ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਦੇਖੋ ਜਿਹੜੇ ਇਲਜ਼ਾਮ ਹੈ ਸ਼ੁਰੂ ਤੋਂ ਲਾਉਂਦੇ ਰਹੇ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਟ੍ਰੈਂਡ ਰਿਹਾ ਕਿ ਜਿਹੜਾ ਵੀ ਕੋਈ ਪੰਥ ਦੀ ਆਵਾਜ਼ ਬੁਲੰਦ ਕਰਦਾ, ਅੱਜ ਚਾਹੇ ਉਹ ਬੀਬੀ ਜਗੀਰ ਕੌਰ ਆਏ ਆ ਇਹਨਾਂ ਦੇ ਖੇਮੇ ਚੋਂ ਨਿਕਲ ਕੇ, ਚਾਹੇ ਉਹ ਸਰਦਾਰ ਢੀਂਡਸਾ ਸੀ, ਚਾਹੇ ਉਹ ਸਰਦਾਰ ਮਾਨ ਨੇ, ਚਾਹੇ ਉਹ ਸਰਦਾਰ ਆਪਣਾ ਬ੍ਰਹਮਪੁਰਾ ਸੀ, ਪਹਿਲਾਂ ਮੁੜ ਕੇ ਚਲੋ ਇਹਨਾਂ ਨਾਲ ਚਲੇ ਗਏ। ਜਦੋਂ ਵੀ ਉਹਨਾਂ ਨੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਆ ਤਾਂ ਇਹਨਾਂ ਦਾ ਇੱਕੋ ਹੀ ਟ੍ਰੈਂਡ ਹੁੰਦਾ ਸੀ ਕਿ ਕਾਂਗਰਸ ਦੀ ਬੀ ਟੀਮ ਹੈ, ਇਹ ਕਾਂਗਰਸ ਦੇ ਕਰਕੇ ਕਰ ਰਹੇ ਆ। ਹੁਣ ਇਹਨਾਂ ਦਾ ਲੱਗਦਾ ਕਾਂਗਰਸ ਦੇ ਨਾਲ ਸ਼ਾਇਦ ਕੋਈ ਅੰਦਰ ਖਾਤੇ ਸਮਝੌਤਾ ਹੋ ਗਿਆ। ਹੁਣ ਇਹ ਕਾਂਗਰਸ ਦੀ ਬੀ ਟੀਮ ਨਹੀਂ ਕਹਿੰਦੇ, ਹੁਣ ਇੱਕੋ ਗੱਲ ਕਹਿੰਦੇ ਬੀਜੇਪੀ ਨਾਲੋਂ ਅਲਾਈਅੰਸ ਟੁੱਟ ਗਿਆ ਇਹਨਾਂ ਦਾ। ਤਾਂ ਹੁਣ ਹਰ ਗੱਲ ਦੇ ਵਿੱਚ ਬੀਜੇਪੀ ਇੱਕ ਪਾਸੇ ਤਾਂ ਬੀਜੇਪੀ ਦੇ ਨਾਲ ਦੇਖੋ ਉਹਦੇ ਤੇ ਇਲਜ਼ਾਮਬਾਜ਼ੀ ਕਰਦੇ ਆ, ਦੂਜੇ ਪਾਸੇ ਦਿੱਲੀ ਜਾ ਕੇ ਇਹਨਾਂ ਦੇ ਪ੍ਰਧਾਨ ਸਾਹਿਬ ਮੀਟਿੰਗਾਂ ਕਰਕੇ ਵੱਖ-ਵੱਖ ਕੇਂਦਰੀ ਆਗੂਆਂ ਦੇ ਨਾਲ ਮੁੜ ਕੇ ਅਲਾਈਅੰਸ ਦੀਆਂ ਗੱਲਾਂ ਕਰ ਰਹੇ ਨੇ। ਤੁਸੀਂ ਰੁਕ ਕਰਨਾ ਮੈਂ ਦਾਦੂਵਾਲ ਸਾਹਿਬ ਨੂੰ ਫੇਰ ਦੁਬਾਰਾ ਚੈਨਲ ਦੇ ਉੱਤੇ ਕਹਿਣਾ ਕਿ ਜਿਹੜੀਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਨੇ ਇਹ ਉਹਦਾ ਸਬੂਤ ਦੇ ਦੇਣ। ਔਰ ਮੇਰੀ ਗੱਲ ਦਾ ਇਹਨਾਂ ਨੇ ਹੁਣ ਤੱਕ ਜਵਾਬ ਨਹੀਂ ਦਿੱਤਾ। ਦੇਖੋ ਇਹ ਜਾ ਕੇ ਕਹਿੰਦੇ ਜੀ ਮੈਂ ਉੱਥੇ ਦਫ਼ਤਰ ਦੇ ਵਿੱਚ ਬਹਿ ਕੇ ਆਇਆ, ਅੱਜ ਵੀ ਪ੍ਰਬੰਧ ਮੈਂ ਚਲਾ ਰਿਹਾ। ਮੇਰਾ ਤਾਂ ਸਿੱਧਾ ਸਵਾਲ ਹੈ ਕਿ ਹਰਿਆਣਾ ਸਰਕਾਰ ਦੀ ਨੋਟੀਫਿਕੇਸ਼ਨ ਆਈ ਹੈ ਕਿ ਨਹੀਂ ਆਈ। ਇਹ ਝੁਠਲਾਉਂਦੇ ਨੇ ਉਸ ਨੋਟੀਫਿਕੇਸ਼ਨ ਨੂੰ। ਉਹ ਨੋਟੀਫਿਕੇਸ਼ਨ 'ਚ ਇਹ ਗੱਲ ਲਿਖੀ ਹੈ ਕਿ ਨਹੀਂ ਲਿਖੀ ਵੀ ਜਿਹੜੇ 41 ਮੈਂਬਰ ਹੋਣਗੇ ਉਹ ਸਰਕਾਰ ਨੋਮੀਨੇਟ ਕਰੂਗੀ, ਉਹ ਪ੍ਰਬੰਧ ਚਲਾਉਣਗੇ, ਪ੍ਰਧਾਨ ਜਨਰਲ ਸਕੱਤਰ ਉਹ 'ਚ ਚੁਣੇ ਜਾਣਗੇ। ਸੋ ਇਹ ਤਾਂ ਕਬੂਤਰ ਵਾਲੀ ਗੱਲ ਹੋਈ ਵੀ ਆਪਾਂ ਅੱਖਾਂ ਮੀਚ ਲਈਏ ਵੀ ਬਿੱਲੀ ਨਹੀਂ ਦੇਖ ਰਹੀ। ਨੋਟੀਫਿਕੇਸ਼ਨ ਕਰਤੀ ਹਰਿਆਣਾ ਸਰਕਾਰ ਨੇ, ਅੱਜ ਤੁਸੀਂ ਦਫ਼ਤਰ 'ਚ ਬੈਠੇ ਆਏ, ਕੱਲ ਨੂੰ ਨਾ ਬੈਠਣ ਦੇਣ। ਸਾਡਾ ਸਵਾਲ ਉੱਥੇ ਖੜਾ ਹੈ ਕਿ ਕੀ ਬੀਜੇਪੀ ਨਾਲ ਸਾਥ ਪਾ ਕੇ ਆਪਾਂ ਇਸ ਤਰੀਕੇ ਦੇ ਨਾਲ ਡਿਬੇਟ ਤੇ ਨਾ ਚਲੇ। ਮੇਰਾ ਸਵਾਲ ਉੱਥੇ ਹੈ ਜੀ ਕਿ ਕੀ ਬੀਜੇਪੀ ਦੀ ਸਾਂਝ ਨਾਲ ਜਿੱਦਾਂ ਅੱਜ 42 ਮੈਂਬਰਾਂ ਦੀ ਵੋਟਾਂ ਨੇ ਬੀਜੇਪੀ ਲਾਲਪੁਰਾ ਸਾਹਿਬ ਵਿੱਚ ਨੇ, ਕੀ ਹੁਣ ਸਿੱਖ ਸੰਸਥਾਵਾਂ ਤੇ ਇਸ ਤਰੀਕੇ ਦੇ ਨਾਲ ਕਬਜ਼ੇ ਕਰਾਏ ਜਾਣਗੇ? ਮੇਰਾ ਤਾਂ ਉਹ ਸਵਾਲ ਹੈ ਕਿ ਉਸ ਟੌਪਿਕ ਦੇ ਉੱਪਰ ਨਾ ਚਲੇ ਜਾਈਏ ਕਿਉਂਕਿ ਆਲਰੇਡੀ ਬਹੁਤ ਵਾਰੀ ਡਿਬੇਟ ਹੋਈ ਹੈ। ਪਰ ਕਲੇਰ ਸਾਹਿਬ ਕਹਿੰਦੇ ਬੀਜੇਪੀ ਤੁਹਾਨੂੰ ਅੱਜਕੱਲ ਬਹੁਤ ਯਾਦ ਹੈ, ਕਾਂਗਰਸ ਦਾ ਜ਼ਿਕਰ ਨਹੀਂ ਤੁਸੀਂ ਕਰਦੇ। ਅੱਜ ਤੋਂ ਸਾਲ 2 ਸਾਲ ਪਹਿਲਾਂ ਹਰ ਚੀਜ਼ ਨੂੰ ਕਾਂਗਰਸ ਨਾਲ ਜੋੜਦੇ ਸੀ, ਹੁਣ ਤੁਸੀਂ ਬੀਜੇਪੀ ਨਾਲ ਜੋੜਦੇ। ਦੇਖੋ ਗੌਰਵ ਜੀ, ਕਾਂਗਰਸ ਨੇ ਤਾਂ ਸਦਾ ਹੀ ਧੱਕਾ ਕੀਤਾ ਹੈ। 84 ਕਿਸੇ ਨੂੰ ਨਹੀਂ ਭੁੱਲੀ, ਇੰਦਰਾ ਗਾਂਧੀ ਦਾ ਰਾਜ ਕਿਸੇ ਨੂੰ ਨਹੀਂ ਭੁੱਲਿਆ, ਐਮਰਜੈਂਸੀ ਕਿਸੇ ਨੂੰ ਨਹੀਂ ਭੁੱਲੀ। ਅੱਜ ਕਾਂਗਰਸ ਦੇਸ਼ 'ਚ ਹਾਸ਼ੀਏ ਤੇ ਚਲੀ ਗਈ ਹੈ ਔਰ ਇਹ ਬੀਜੇਪੀ ਆਈ ਹੈ। ਔਰ ਅਸੀਂ ਵੀ ਦੇਖੋ 2014 'ਚ ਬੀਜੇਪੀ ਦੀ ਜਿੱਤ 'ਚ ਸਾਡਾ ਵੀ ਯੋਗਦਾਨ ਰਿਹਾ, ਪਰ ਸਾਨੂੰ ਵੀ ਇਹਨਾਂ ਦੇ ਮਨਸੂਬਿਆਂ ਦਾ ਪਤਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇਹ ਮਿਨੋਰਿਟੀਜ਼ ਨੂੰ ਤੇ ਸੰਸਥਾਵਾਂ ਨੂੰ ਪੈ ਜਾਣਗੇ। ਮੈਂ ਫੇਰ ਦੁਬਾਰਾ ਕਹਿਣਾ ਅੱਜ ਬੀਜੇਪੀ ਨੂੰ ਤੁਹਾਡੇ ਮਾਧਿਅਮ ਦੇ ਨਾਲ, ਜਦੋਂ ਆਮ ਆਦਮੀ ਪਾਰਟੀ ਆਪਰੇਸ਼ਨ ਲੋਟਸ ਦਾ ਜ਼ਿਕਰ ਕਰ ਰਹੀ ਸੀ ਤੁਸੀਂ ਕਹਿੰਦੇ ਸੀ ਕਾਰਵਾਈ ਕਰਵਾਓ।
ਤਾਂ ਜੇਕਰ ਕਿਸੇ ਨੂੰ ਇੱਕ ਤਰੀਕੇ ਨਾਲ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਅਪਰੋਚ ਕਰਨਾ ਚਾਹੀਦਾ ਸੀ? ਮੈਂ ਤਾਂ ਫਿਰ ਦੁਬਾਰਾ ਇੱਥੇ ਪੁਲਿਸ ਹੈ, ਸਭ ਕੁਝ। ਗੌਰਵ ਜੀ ਦੇਖੋ, ਅਸੀਂ ਤਾਂ ਬੜੇ ਸਿੱਧੇ ਢੰਗ ਦੇ ਨਾਲ ਅਸੀਂ ਤਾਂ ਦੱਸਿਆ, ਫੋਨ ਨੰਬਰ ਦਿੱਤੇ ਨੇ, ਬੰਦੇ ਦੇ ਨਾਂ ਦੱਸੇ ਨੇ, ਔਰ ਕਮਾਲ ਦੀ ਗੱਲ ਦੇਖੋ, ਅੱਜ 4 ਦਿਨ ਹੋ ਗਏ, ਬੀਜੇਪੀ ਨੇ ਉਹ ਡਿਨਾਈ ਨਹੀਂ ਕੀਤਾ, ਲਾਲਪੁਰਾ ਸਾਹਿਬ ਨੇ ਉਹ ਡਿਨਾਈ ਨਹੀਂ ਕੀਤਾ, ਮੈਂ ਨਹੀਂ ਗੱਲ ਕਰ ਰਿਹਾ ਸੀ, ਪ੍ਰੋਫੈਸਰ ਸਰਚਾਂਦ ਨੇ ਟੀਵੀ ਤੇ ਆ ਕੇ ਮੰਨਿਆ, ਮੈਂ ਕਰ ਰਿਹਾ ਸੀ। ਅਸੀਂ ਸਿਰਫ ਲੋਕਾਂ ਨੂੰ ਦੱਸਣਾ ਸੀ ਕਿ ਇਹ ਦੇਖੋ ਹੁਣ ਕਿਸ ਤਰੀਕੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਖਰੀਦੋ ਫਰੋਖਤ ਪੈਸੇ ਦੇ ਨਾਲ ਇਹ ਲੋਕ ਕਰਨਾ ਚਾਹੁੰਦੇ ਨੇ, ਪਾਵਰ ਦੇ ਨਾਲ, ਉਹ ਅਸੀਂ ਆਪਣੀ ਲੋਕਾਂ ਨੂੰ ਦੱਸਤਾ, ਉਹ ਸਾਡੇ ਨੁਮਾਇੰਦਿਆਂ ਨੂੰ ਪਤਾ ਲੱਗ ਗਿਆ। ਔਰ ਜਿਹੜੀ ਗੱਲ ਆ, ਦੇਖੋ ਅੱਜ ਇੱਕ ਗੱਲ ਬੜੀ ਸਪਸ਼ਟ ਹੈ ਜੀ ਕਿ ਜਿੱਤ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਹੋਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਹੈ, ਔਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਸੀ, ਉਹ 104 ਵੋਟਾਂ ਮਿਲੀਆਂ ਨੇ, ਬੀਬੀ ਜੀ ਨੂੰ 42 ਮਿਲੀਆਂ ਨੇ, 2.5 ਗੁਣਾ ਘੱਟ। ਇਹੀ ਅਸਲੀਅਤ ਹੈ। ਹੁਣ ਇਹਨੂੰ ਜਿਸ ਤਰੀਕੇ ਦੇ ਨਾਲ ਘੁਮਾ ਕੇ ਪੇਸ਼ ਕਰਨਾ ਹੈ, ਇਹ ਕਰ ਸਕਦੇ ਨੇ। ਉਹ ਹੁੰਦਾ ਨਾ ਕਿ ਕਹਾਵਤ ਹੈ, ਇੱਕ ਖਾਲੀ ਗਲਾਸ ਹੈ, ਅੱਧਾ ਭਰਿਆ ਹੋਇਆ, ਕਿਸੇ ਨੂੰ ਅੱਧਾ ਖਾਲੀ ਦਿਖ ਰਿਹਾ, ਕਿਸੇ ਨੂੰ ਹਵਾ ਦਿਖ ਰਹੀ ਹੈ, ਬੜੀਆਂ ਚੀਜ਼ਾਂ। ਤਾਂ ਗੱਲ ਉਹੀ ਹੈ, ਤੁਹਾਨੂੰ ਲੱਗ ਰਿਹਾ ਕਿ 2.5 ਗੁਣਾ ਘੱਟ ਵੋਟਾਂ ਪੈ ਗਈਆਂ, ਤੇ ਜਦਕਿ ਬੀਬੀ ਜਗੀਰ ਕੌਰ ਦੇ ਧੜੇ ਨੂੰ ਲੱਗ ਰਿਹਾ ਕਿ ਪਿਛਲੀ ਵਾਰ ਨਾਲੋਂ ਦੁੱਗਣੀਆਂ ਵੋਟਾਂ ਪੈ ਗਈਆਂ। ਮੈਂ ਤਾਂ ਵਧਾਈ ਦਿੰਦਾ ਆਪਣਾ ਨਜ਼ਰੀਆ ਹੈ। ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਵਧਾਈ ਦਿੰਦਾ, ਜਿੱਥੇ ਬੀਜੇਪੀ ਨੇ ਸੂਬਿਆਂ ਦੀਆਂ ਵੱਡੀਆਂ ਸਰਕਾਰਾਂ ਸਿੱਟਤੀਆਂ। ਆਪਾਂ ਮਹਾਰਾਸ਼ਟਰ ਚ ਦੇਖਿਆ ਕੀ ਹੋਇਆ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੋਧੇ ਅੜੇ ਰਹੇ ਔਰ ਉਹਨਾਂ ਦੇ ਜ਼ਮੀਰ ਨਹੀਂ ਵਿਕੇ, ਤੇ ਉਹ ਜਿੱਥੇ ਖੜੇ ਸੀ ਅੱਜ ਵੀ ਉੱਥੇ ਖੜੇ ਨੇ। ਸ਼ਿਕਾਇਤ ਨਹੀਂ ਨਾ ਤੁਹਾਡੀ ਪਹੁੰਚੀ, ਜੇ ਬਾਕੀ ਲਾਲਚ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਗਲਤ ਹੈ, ਨਹੀਂ ਹੋ ਸਕਦਾ, ਤਾਂ ਫਿਰ ਤੁਹਾਡੀ ਸ਼ਿਕਾਇਤ ਨਹੀਂ ਪਹੁੰਚੀ ਅੱਗੇ ਇਸ ਪੂਰੇ ਮਾਮਲੇ 'ਚ। ਮੈਂ ਰੰਧਾਵਾ ਸਾਹਿਬ ਦਾ ਰੁਖ ਕਰਦਾ। ਰੰਧਾਵਾ ਸਾਹਿਬ, ਜੋ ਲਗਾਤਾਰ ਜ਼ਿਕਰ ਹੋ ਰਿਹਾ ਕਿ ਜਿਹੜੇ 20 ਮੈਂਬਰ ਨੇ ਨਾ, ਜਿਹੜੇ 22 ਤੋਂ 42 ਹੋ ਗਏ, ਇਹ 22 ਤੋਂ 42 ਹੋਏ ਨਹੀਂ, ਕਰਵਾਏ ਗਏ ਨੇ ਪੂਰਾ ਜ਼ੋਰ ਲਾ ਕੇ। ਖਾਸ ਤੌਰ ਤੇ ਬੀਜੇਪੀ ਦੀ ਬੜੀ ਤਕੜੀ ਸਪੋਰਟ ਸੀ ਬੀਬੀ ਜਗੀਰ ਕੌਰ ਨੂੰ। ਦੇਖੋ, ਇਹ ਤਾਂ ਹਮੇਸ਼ਾ ਹੀ ਹੁੰਦਾ ਕਿ ਹਰ ਗੱਲ ਦਾ ਕੋਈ ਨਾ ਕੋਈ ਐਕਸਕਿਊਜ਼ ਜਿਹੜਾ ਹੈ ਉਹ ਲਿਆ ਜਾਂਦਾ। ਇਹ ਨਿਸ਼ਚਿਤ ਹੈ, ਇਹ ਇੱਕ ਪ੍ਰਕਿਰਤੀ ਦੇ ਨਿਯਮ ਦੇ ਵਿੱਚ ਹੀ ਆ, ਕਦੇ ਕੋਈ ਕਿਸੇ ਗੱਲ ਨੂੰ ਸਵੀਕਾਰ ਨਹੀਂ ਕਰਦਾ ਹੁੰਦਾ। ਪਰ ਜੇ ਤੁਹਾਡੇ ਮੈਂਬਰ ਹਿੱਲੇ ਨੇ, ਮੇਰੀ ਗੱਲ ਸੁਣੋ, ਜੇ ਕੋਈ ਹਿੱਲਣ ਨੂੰ ਤਿਆਰ ਹੋ ਤਾਂ ਹੀ ਹਿਲਾ ਸਕਦਾ। ਤੇ ਮੇਰਾ ਇਹ ਕਹਿਣਾ ਹੈ ਇੱਥੇ, ਜਿਸ ਤਰ੍ਹਾਂ ਭਾਈ ਸਾਹਿਬ ਨੇ ਇਹ ਗੱਲ ਕਹੀ, ਮੈਨੂੰ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਹੁਣ ਵਿੱਚ ਆ ਕੇ ਸੁਧਾਰ ਕਰਵਾ ਲਿਓ। ਸੋ ਭਾਈ ਸਾਹਿਬ, ਮੈਂ ਤਾਂ ਲਗਾਤਾਰ ਜ਼ੋਰ ਲਾ ਰਿਹਾ, ਤੁਹਾਡੇ ਲੀਡਰਾਂ ਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੜੱਪੀਆਂ ਸੀ, ਉਹ ਵੀ ਬਾਰ-ਬਾਰ 4 ਪ੍ਰਧਾਨ ਬਦਲ ਗਏ। ਕੋਈ ਅਕਾਲੀ ਲੀਡਰ ਮੇਰੇ ਨਾਲ ਬਹਿ ਜਾਵੇ ਤੇ ਮੈਂ ਸਬੂਤ ਦੇਣ ਨੂੰ ਤਿਆਰ ਹਾਂ, ਗਲਤ ਹੋਵਾਂ ਤਾਂ ਮੈਂ ਛੱਡ ਕੇ ਆਪਣਾ ਘਰ ਬਹਿ ਜਾਊਗਾ, ਤੇ ਮੈਂ ਨਾ ਕਦੇ ਗਲਤ ਕਿਸੇ ਤੇ ਇਲਜ਼ਾਮ ਤਰਾਸੀ ਲਗਾਈ ਹੈ। ਗੁਰੂ ਘਰਾਂ ਦੇ ਵਿੱਚ ਨਗੁਰੇ ਪੱਤਤ ਬੰਦੇ, ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ, ਅੱਗੇ ਲੀਡਰਾਂ ਦੇ ਵੀ ਅੱਗੇ ਜਿਹੜੇ ਪੈਰੋਕਾਰ ਨੇ, ਉਹ ਆ ਕੇ ਗੁਰੂ ਘਰਾਂ ਦੇ ਵਿੱਚ ਗਰੀਬ ਗੁਰਸਿੱਖਾਂ ਨੂੰ ਆਪਣੇ ਨੌਕਰ ਬਣਾ ਕੇ ਉਹਨਾਂ ਤੋਂ ਆਪਣੇ ਕੰਮ ਕਰਾਉਂਦੇ ਨੇ। ਇਹ ਕਿਸੇ ਸਿੱਖ ਤੋਂ ਨਹੀਂ ਮਤਲਬ ਜਿਹੜਾ ਗੁਰਦੁਆਰਿਆਂ ਦੀਆਂ ਗੱਡੀਆਂ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਔਰ ਸਭ ਤੋਂ ਵੱਡੀ ਮੈਂ ਕਲੇਰ ਸਾਹਿਬ ਨੂੰ ਇੱਕ ਗੱਲ ਕਹਿਣਾ ਕਿ ਕਲੇਰ ਸਾਹਿਬ, ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ, ਤੁਸੀਂ ਇੱਕ ਐਡਵੋਕੇਟ ਹੋ, ਤੁਹਾਡੇ ਪਿਤਾ ਜੀ ਵੀ ਇਸ ਲਾਈਨ ਨਾਲ ਸੰਬੰਧ ਰੱਖਦੇ ਨੇ, ਕਦੇ ਇਹ ਹੋ ਸਕਦਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਮੁੰਡੇ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਕਰਾ ਲਿਆ ਪਿਛਲੇ 6 ਮਹੀਨਿਆਂ ਦੇ ਵਿੱਚ? ਵੋਟਾਂ ਤਾਂ ਉਹਨਾਂ ਨੇ ਤੁਹਾਨੂੰ ਪਾਉਣੀਆਂ ਨੇ। ਇਹਨੂੰ ਕਿਹੜੇ ਖਾਤੇ 'ਚ ਪਾਉਂਦੇ ਹੋ ਜੇ ਦੂਸਰਿਆਂ ਨੂੰ ਪੈਸੇ ਦਿੱਤੇ ਜਾਂਦੇ ਨੇ? ਮੈਂ ਉਹਦਾ ਜਵਾਬ ਤੁਸੀਂ ਕਹਿ ਰਹੇ ਹੋ, ਦੇਖੋ ਇਹਦੇ ਵਿੱਚ ਗਰੀਬ ਗੁਰਸਿੱਖਾਂ ਵਾਸਤੇ ਨੌਕਰੀ ਕਿਉਂ ਨਹੀਂ, ਆਮ ਲੋਕਾਂ ਵਾਸਤੇ ਨੌਕਰੀ ਕਿਉਂ ਨਹੀਂ? ਜਦੋਂ ਸਾਨੂੰ ਇੱਕ ਮੈਂਬਰ ਬਣਾ ਦਿੱਤਾ, ਮੈਂ ਇੱਕ ਕਸਟੋਡੀਅਨ ਬਣ ਗਿਆ, ਤੇ ਮੈਂ ਉਸ ਜਾਇਦਾਦ ਨੂੰ ਆਪਣੇ ਪਰਿਵਾਰ ਲਈ ਵਰਤਾਂ, ਤਾਂ ਮੈਨੂੰ ਲੱਗਦਾ ਇਹ ਮੈਂ ਗੁਨਾਹਗਾਰ। ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀਆਂ ਬਾਰ-ਬਾਰ ਕਰਦਾ ਰਿਹਾ। ਦੇਖੋ, ਜਿੱਥੇ ਤੱਕ ਸੁਧਾਰ ਦੀ ਗੱਲ ਆ, ਪੂਰੀ ਡਟ ਕੇ ਇੱਕ ਸਾਲ ਗੱਲ ਕਰਾਂਗੇ। ਹਰਿਮੰਦਰ ਸਾਹਿਬ ਦੇ ਵਿੱਚ ਸ਼ੀਸ਼ੇ ਲੱਗੇ ਸੀ ਪਿਛਲੀ ਵਾਰ, ਉਹ ਲਹਾਏ। ਜਿੱਥੇ ਸਿਧਾਂਤਕ ਤੌਰ ਤੇ ਕੁਝ ਗਲਤੀਆਂ ਸੀ, ਉਹ ਠੀਕ ਕਰਾਈਆਂ। ਮੈਂ ਅੱਜ ਵੀ ਰਿਕਾਰਡ ਤੇ ਧੰਨਵਾਦ ਕਰਦਾ ਧਾਮੀ ਸਾਹਿਬ ਦਾ ਕਿ ਉਹਨਾਂ ਨੇ ਉਹ ਗੱਲਾਂ ਮੰਨੀਆਂ। ਮੇਰੀ ਕੋਸ਼ਿਸ਼ ਰਹੂਗੀ, ਪਰ ਜਿਹੜੀਆਂ ਆਹ ਗੱਲਾਂ ਨੇ, ਇਹ ਬਹੁਤ ਵੱਡੀਆਂ ਖਾਮੀਆਂ ਨੇ, ਇਹਨਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ। ਇਹ ਮੇਰੇ ਇਲਜ਼ਾਮ ਨਹੀਂ। ਦੇਖੋ, ਪੁਆਇੰਟ ਇਹ ਹੈ ਕਿ ਜਿਹੜੀਆਂ ਖਾਮੀਆਂ ਤੁਸੀਂ ਗਿਣਵਾ ਰਹੇ ਹੋ, ਉਹ ਖਾਮੀਆਂ ਐਸਜੀਪੀਸੀ ਦੇ ਮੈਂਬਰਾਂ ਤੱਕ ਕਿਉਂ ਨਹੀਂ ਪਹੁੰਚਾ ਸਕੇ? ਕਿ ਜੇਕਰ ਤੁਹਾਡੇ ਇਲਜ਼ਾਮਾਂ ਦੇ ਉੱਤੇ ਭਰੋਸਾ ਕਰਦੇ ਤਾਂ ਵੋਟ ਇਸ ਵਾਲੇ ਪਾਸੇ ਪਾਉਂਦੇ। ਗੌਰਵ ਜੀ ਜਿਹਦਾ ਪੁੱਤ ਤਾਜ਼ਾ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਕੀਤਾ ਹੋਵੇ, ਕਿਉਂ ਕਿਸੇ ਨੂੰ ਵੋਟ ਪਾਊਗਾ? ਜਿਹੜੇ 20 ਤੁਹਾਡੇ ਵਾਲੇ ਪਾਸੇ ਆ ਗਏ, ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਮਤਲਬ ਭਰਤੀ ਨਹੀਂ ਕੀਤਾ ਸੀ? ਜੇ ਕੀਤਾ ਹੋਊਗਾ ਤਾਂ ਪ੍ਰਧਾਨ ਤਾਂ ਇਹਨਾਂ ਦਾ, ਸਾਡਾ ਥੋੜੀ ਹੈਗਾ, ਉਹ ਵੀ ਗਲਤ ਹੈ। ਨਹੀਂ, ਮੈਂ ਤਾਂ ਨਵੇਂ ਜਿਹੜੇ 20 ਤੁਹਾਡੇ ਕੋਲ ਆਏ ਆ 22 ਤੋਂ 42 ਹੋਏ, ਮੈਂ ਤਾਂ ਉਹਨਾਂ ਦੀ ਗੱਲ ਕਰਦਾ। ਮੈਂ ਕਹਿੰਦਾ ਉਹਨਾਂ 20 ਦੇ ਵਿੱਚ ਇੱਕ ਹੋਊਗਾ ਤਾਂ ਭਰਤੀ ਇਹਨਾਂ ਨੇ ਕੀਤਾ ਹੋਊਗਾ, ਗਲਤ ਹੈ। ਮੈਂ ਰੰਧਾਵਾ ਸਾਹਿਬ, ਮੈਂ ਛੋਟਾ ਜਿਹਾ ਜਵਾਬ ਜੀ
ਥੋੜਾ ਜਿਹਾ ਰੱਖਿਓ। ਮੈਂ ਹਰਦੀਪ ਮੈਂ ਜੀ ਫੇਰ ਰੰਧਾਵਾ ਸਾਹਿਬ ਨੂੰ ਬੇਨਤੀ ਕਰਦਾ ਕਿ ਬਹੁਤ ਵੱਡੀ ਸੰਸਥਾ, ਇਹ ਸੰਸਥਾ ਮਾਣਮੱਤੀ ਹੈ। ਦੇਖੋ ਬੰਦੇ ਗਲਤੀਆਂ ਕਰ ਸਕਦੇ ਨੇ, ਉਹਦੇ ਪਿੱਛੇ ਤੁਸੀਂ ਸੰਸਥਾ ਨੂੰ ਭੰਡੋ, ਇਹ ਚੰਗੀ ਗੱਲ ਨਹੀਂ। ਔਰ ਦੂਜੇ ਪਾਸੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ, ਤੁਸੀਂ ਚੈਨਲ ਤੇ ਬਹਿ ਕੇ ਗੱਲ ਕਹਿੰਦੇ ਹੋ ਕਿ ਧਾਮੀ ਸਾਹਿਬ ਦੇ ਨੋਟਿਸ 'ਚ ਲਿਆਂਦੀ ਤੇ ਉਹ ਗੱਲ ਸਹੀ ਹੋਗੀ। ਤਾਂ ਅਗਰ ਤੁਸੀਂ ਨੋਟਿਸ 'ਚ ਲਿਆਂਦੀ ਸਹੀ ਹੋਗੀ, ਮੈਂ ਤਾਂ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਆਲੇ ਦੁਆਲੇ ਕੁਝ ਵੀ ਗਲਤ ਹੋ ਰਿਹਾ ਹੈ, ਰੱਖੋ ਸਾਹਮਣੇ ਲਿਆ ਕੇ। ਇਹ ਤੁਹਾਡੀ ਵੀ ਜ਼ਿੰਮੇਵਾਰੀ ਓਡੀਓ ਹੈ। ਇਹ ਕੋਈ ਇਹ ਨਹੀਂ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਬਣ ਗਏ ਜਾਂ ਤੁਸੀਂ ਵਿਰੋਧੀ ਧਿਰ ਹੋ। ਤੁਹਾਡੀ ਵੀ ਜ਼ਿੰਮੇਵਾਰੀ ਓਡੀ ਵੱਡੀ ਹੈ, ਲਿਆ ਕੇ ਰੱਖੋ ਸਾਹਮਣੇ, ਕਰੋ ਸੁਧਾਰ। ਅਸਤਾਵਾਜ਼ਾਂ ਮਾਰਦੇ ਕਰੋ ਸੁਧਾਰ। ਕਲੇਰ ਸਾਹਿਬ ਤੁਸੀਂ ਉਹ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਵੋਟਾਂ ਪਾ ਦਿੱਤੀਆਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਸੈੱਟ ਕੀਤੇ ਗਏ ਨੇ ਤੇ ਇਸ ਕਰਕੇ ਉਹਨਾਂ ਨੇ ਵੋਟਾਂ ਪਾ ਦਿੱਤੀਆਂ। ਹੁਣ ਜੇ ਨਵਾਂ ਤਾਜ਼ਾ ਕਿਸੇ ਨੂੰ ਕੋਈ ਅਹੁਦਾ ਦੇ ਦਿੱਤਾ ਗਿਆ ਹੋਵੇ ਤਾਂ ਫਿਰ ਉਹਨਾਂ ਦਾ ਪਰਿਵਾਰਕ ਮੈਂਬਰ ਹੋਰ ਵਾਲੇ ਪਾਸੇ ਵੋਟ ਕਿਵੇਂ ਪਾਵੇਗਾ? ਬੜੀ ਸਪਸ਼ਟ ਗੱਲ ਹੈ ਜੀ, ਪਰਿਵਾਰਕ ਮੈਂਬਰ ਲੱਗ ਹੀ ਨਹੀਂ ਸਕਦਾ। ਜੇ ਲੱਗਿਆ, ਮੈਂ ਤਾਂ ਰੰਧਾਵਾ ਸਾਹਿਬ ਨੂੰ ਕਹਿਣਾ ਕਿ ਤੁਸੀਂ ਉਹ ਚੀਜ਼ਾਂ ਲਿਆ ਕੇ ਰੱਖੋ ਪਲੇਟਫਾਰਮ ਤੇ, ਲਿਆਓ ਧਾਮੀ ਸਾਹਿਬ ਦੇ ਸਾਹਮਣੇ। ਨਹੀਂ ਐਕਸ਼ਨ ਹੋਗਾ ਸਾਨੂੰ ਦੱਸੋ, ਫਿਰ ਤੁਸੀਂ ਆ ਕੇ ਭੰਡੋ ਕਿ ਜੀ ਮੈਂ ਕਿ ਐਕਸ਼ਨ ਨਹੀਂ ਹੋਇਆ। ਠੀਕ ਹੈ ਰੰਧਾਵਾ ਸਾਹਿਬ ਦੇਖੋ ਗੱਲ ਇਹ ਆ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਕਾਲਜਾਂ ਦੇ ਵਿੱਚ ਭਰਤੀ ਕੀਤੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਪਣੇ ਜਿਹੜੇ ਬੱਚਿਆਂ ਨੂੰ ਮੁਲਾਜ਼ਮ ਭਰਤੀ ਕਰਾਇਆ ਉਹ ਕੀਤੇ ਨੇ ਜੀ। ਦੇਖੋ ਤੁਸੀਂ ਇਹ ਕਿਹਾ ਵੀ ਜਿਹੜੇ ਤੁਹਾਡੇ ਕੋਲ 20 ਨੇ, ਮੈਂ ਤਾਂ ਇਹ ਕਹਿੰਦਾ ਵੀ ਪ੍ਰਧਾਨ ਇਹਨਾਂ ਦਾ ਜੇ ਉਹਨਾਂ ਦੇ ਵਿੱਚ ਵੀ ਕੀਤਾ ਹੋਊਗਾ ਤਾਂ ਉਹ ਵੀ ਗਲਤ ਹੈ। ਮੈਂ ਉਹਨੂੰ ਕਹਿੰਦਾ ਠੀਕ ਹੈ ਨਾ। ਤੁਹਾਡਾ ਜਿਹੜਾ ਸਵਾਲ ਸੀ, ਮੇਰਾ ਇਹ ਜਵਾਬ ਸੀ ਕਿ ਜੀ ਜਿਹੜਾ ਇਹ ਚੀਜ਼ਾਂ ਨੇ, ਜੇ ਤੁਸੀਂ ਕਹੋ ਵੀ ਇੱਕ ਪਾਸੇ ਹੁੰਦਾ ਤਾਂ ਦੂਜੇ ਪਾਸੇ ਵੀ ਹੁੰਦਾ। ਰਹੀ ਗੱਲ ਫੋਨਾਂ ਦੀ, ਹੁਣ ਇਹਨਾਂ ਦੇ ਲੀਡਰ ਸਾਨੂੰ ਵੀ ਫੋਨ ਕਰਦੇ ਰਹੇ ਨੇ ਤੇ ਜੇ ਕੋਈ ਫੋਨ ਕਰਦਾ ਤਾਂ ਇਹਦਾ ਮਤਲਬ ਇਹ ਤੇ ਨਹੀਂ ਵੀ ਅਸੀਂ ਹੁਣ ਟੈਪ ਕਰਕੇ ਮਤਲਬ ਆਪਣਾ ਹੀ ਕਰੈਕਟਰ ਸ਼ੋਅ ਕਰੀਏ ਵੀ ਉਹ ਅਸੀਂ ਕਹੀ ਜੀ ਸਾਨੂੰ ਪੁਰਾਣੇ ਲੀਡਰ ਨੇ ਫੋਨ ਆਇਆ, ਚਲੋ ਸਿੱਖੀ ਨੇ ਅਗਲਾ ਕਰ ਲੈਂਦਾ। ਤੇ ਜੇ ਹੁਣ ਇਹਨਾਂ ਦੇ ਨਹੀਂ ਕਹਿੰਦੇ ਇੱਥੇ ਤੱਕ ਗੱਲ ਸੀਮਿਤ ਨਹੀਂ ਸੀ, ਲਾਲਚ ਦਿੱਤਾ ਜਾ ਰਿਹਾ ਸੀ। ਨਹੀਂ ਲਾਲਚ ਨੂੰ ਮੈਂ ਇਸ ਗੱਲ ਨਹੀਂ, ਮੈਂ ਗੱਲ ਫੋਨ ਦੀ ਕਰਦਾ ਜਿਹੜਾ ਰੰਧਾਵਾ ਸਾਹਿਬ ਇਸ ਤਰੀਕੇ ਨਾਲ ਨਹੀਂ ਗੱਲ ਚੱਲਣੀ। ਮੈਂ ਤਾਂ ਫੇਰ ਬੇਨਤੀ ਕਰਦਾ ਹਾਂ ਕਿ ਹੁਣ ਤਾਂ ਤੁਸੀਂ ਜਿਹੜੀ ਚੀਜ਼ਾਂ ਕਹਿ ਰਹੇ ਹੋ ਤੁਸੀਂ ਲਿਆ ਕੇ ਰੱਖੋ ਪਲੇਟਫਾਰਮ ਤੇ। ਹੁਣ ਤਾਂ ਤੁਹਾਡੇ ਕੋਲ ਹੋਰ ਵਧੀਆ ਪਲੇਟਫਾਰਮ ਹੈ ਐਗਜ਼ੀਕਟਿਵ ਕਮੇਟੀ ਦੇ ਵਿੱਚ, ਤੁਸੀਂ ਰੱਖੋ। ਅਸੀਂ ਤਾਂ ਕਹਿੰਦੇ ਆ ਸੁਧਾਰ ਹੋਣਾ ਚਾਹੀਦਾ, ਜਿੱਥੇ ਕੋਈ ਗਲਤੀ ਹੋਣੀ ਉਹ ਠੀਕ ਹੋਣੀ ਚਾਹੀਦੀ ਹੈ। ਉਹਨੂੰ ਅਗਰ ਕੋਈ ਅੱਜ ਬੰਦਾ ਇਹ ਗੱਲ ਕਵੇ ਮੈਂ ਸੁਧਾਰ ਵੀ ਨਹੀਂ ਕਰਨਾ ਚਾਹੁੰਦਾ, ਉਹ ਤਾਂ ਫਿਰ ਆਪਣੇ ਆਪ 'ਚ ਗਲਤ ਗੱਲ ਹੈ। ਪਰ ਇਸ ਤਰੀਕੇ ਦੇ ਨਾਲ ਆਪਾਂ ਸੰਸਥਾ ਦੇ ਉੱਤੇ ਇਲਜ਼ਾਮ ਲਾਈਏ, ਬੀਜੇਪੀ ਦਾ ਜੋ ਐਕਸ਼ਨ ਕੀਤਾ ਗਿਆ ਇਸ ਵੋਟਾਂ ਦੇ ਵਿੱਚ ਉਹਨੂੰ ਜਸਟੀਫਾਈ ਕਰੀਏ, ਆਪਾਂ ਕਹੀਏ ਫੋਨ ਕਰ ਸਕਦੇ ਆ, ਇਹ ਮੈਨੂੰ ਲੱਗਦਾ ਵੀ ਸਿੱਖ ਸੰਸਥਾਵਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਇੱਕ ਬਹੁਤ ਮਾੜੀ ਗੱਲ ਹੈ। ਨਹੀਂ ਫੋਨ ਤਾਂ ਸਿੱਖਾਗੂ ਹੀ ਕਰ ਰਹੇ ਸੀ। ਹੁਣ ਜੇ ਮਨਜਿੰਦਰ ਸਿਰਸਾ ਜਾਂ ਇਕਬਾਲ ਸਿੰਘ ਲਾਲਪੁਰਾ ਤੇ ਇਲਜ਼ਾਮ ਲਗਾ ਰਹੇ ਹੋ ਤੁਹਾਨੂੰ ਲੱਗਦਾ ਕਿ ਫੋਨ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੀਦਾ? ਦੇਖੋ ਲਾਲਪੁਰਾ ਸਾਹਿਬ ਲਾਲਪੁਰਾ ਸਾਹਿਬ ਕੁਝ ਨਹੀਂ ਕਰਦੇ। ਲਾਲਪੁਰਾ ਸਾਹਿਬ ਬੀਜੇਪੀ ਦੇ ਪਾਰਲੀਮੈਂਟਰੀ ਬੋਰਡ ਜਿਹੜਾ ਸਭ ਤੋਂ ਵੱਡਾ ਬੋਰਡ ਆ ਉਹਦੇ ਮੈਂਬਰ ਨੇ। ਲਾਲਪੁਰਾ ਸਾਹਿਬ ਮਿਨੋਰਿਟੀ ਕਮਿਸ਼ਨ ਦੇ, ਔਰ ਇਹ ਪਹਿਲੀ ਵਾਰ ਹੋਇਆ ਹੋਣਾ ਦੇਸ਼ ਦੇ ਵਿੱਚ ਕਿ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਜਿਹੜੀ ਕਨਸਟੀਟਿਊਸ਼ਨਲ ਪੋਸਟ ਹੈ ਉਹ ਅਹੁਦੇਦਾਰ ਹੈ ਪਾਰਟੀ ਦਾ, ਨਹੀਂ ਅਸਤੀਫੇ ਦੇ ਕੇ ਬਣਦੇ ਨੇ। ਉਹ ਅੱਜ ਅਹੁਦੇਦਾਰ ਨੇ, ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਵੀ ਨੇ ਤੇ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਵੀ ਹੈ, ਪਾਰਲੀਮੈਂਟਰੀ ਬੋਰਡ ਦੇ ਵਿੱਚ ਵੀ ਨੇ। ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ। ਇਧਰੋਂ ਅਸਤੀਫਾ ਦੇ ਦਿੰਦੇ, ਸੋ ਉਹ ਆਪਣੀ ਕਪੈਸਿਟੀ 'ਚ ਨਹੀਂ ਕਰ ਰਹੇ, ਉਹ ਸਰਕਾਰੀ ਕਪੈਸਿਟੀ 'ਚ ਫੋਨ ਕਰ ਰਹੇ ਨੇ। ਮੈਂ ਉਸ ਪੁਆਇੰਟ ਦੇ ਉੱਤੇ ਆਣਾ ਜਿਹੜੀਆਂ ਸਾਰੀਆਂ ਧਿਰਾਂ ਦਾ ਜ਼ਿਕਰ ਹੈ। ਦਾਦੂਵਾਲ ਜੀ ਆਉਂਗਾ, ਪਰ ਪਹਿਲਾਂ ਮੈਂ ਹਰਦੀਪ ਜੀ ਦਾ ਰੁਖ ਕਰਦਾ ਹਾਂ। ਹਰਦੀਪ ਜੀ, ਅੱਗੇ ਇਹ ਤਸਵੀਰ ਤੁਹਾਨੂੰ ਇਸ ਤਰ੍ਹਾਂ ਹੀ ਬਣਦੀ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਮ ਚੋਣਾਂ ਹੁੰਦੀਆਂ ਨੇ ਐਸਜੀਪੀਸੀ 'ਚ ਤੇ ਦੋ ਧੜੇ, ਅੱਜ ਇੱਕ ਤਸਵੀਰ ਦਿਖ ਗਈ ਕਿ ਇੱਕ ਪਾਸੇ ਅਕਾਲੀ ਦਲ ਹੋਏਗਾ, ਦੂਜੇ ਪਾਸੇ ਬੀਬੀ ਜਗੀਰ ਕੌਰ ਦਾ ਧੜਾ ਤੇ ਉਹਨਾਂ ਨੂੰ ਸਪੋਰਟ ਬਾਕੀ ਧੜਿਆਂ ਦੀ। ਪਹਿਲੀ ਚੀਜ਼ ਤਾਂ ਮੈਂ ਇਹ ਕਹਾਂ ਕਿ ਬਾਰ-ਬਾਰ ਹੁੰਦਾ ਕਿ ਬੀਜੇਪੀ ਗੱਲ ਕਰ ਰਹੀ ਹੈ, ਕਾਂਗਰਸ ਗੱਲ ਕਰ ਰਹੀ ਹੈ, ਅਕਾਲੀ ਦਲ ਅੱਜ ਦੇ ਦਿਨ ਗੱਲ ਕਰ ਰਿਹਾ। ਮੈਂ ਇਹ ਗੱਲ ਕਹਾਂ, ਇਸ ਤੋਂ ਮੁਨਕਰ ਹੋਣ ਦਾ ਕੋਈ ਮਸਲਾ ਹੀ ਨਹੀਂ। ਬੀਜੇਪੀ ਵੀ ਅੱਜ ਇਨਵੋਲਵਡ ਹੈਗੀ ਹੈ, ਆਮ ਆਦਮੀ ਪਾਰਟੀ ਵੀ ਇਨਵੋਲਵਡ ਹੈਗੀ ਹੈ, ਕਾਂਗਰਸ ਵੀ ਇਨਵੋਲਵ ਹੁੰਦੀ ਰਹੀ ਹੈ, ਇਹ ਵੀ ਹੈ। ਠੀਕ ਹੈ। ਔਰ ਕਾਂਗਰਸ ਨਾਲ ਰਿਲੇਟਡ ਦੋ ਮੈਂਬਰਸ ਵੀ ਹੈਗੇ ਨੇ। ਅੱਜ ਇੱਕ ਵੱਖਰਾ ਧੜਾ ਜੇਕਰ ਢੀਂਡਸਾ ਦਾ ਬਣ ਗਿਆ, ਉਹ ਵੀ ਇਨਵੋਲਵਡ ਨੇ। ਐਵਰੀਬਾਡੀ ਇਜ਼ ਇਨਵੋਲਵਡ। ਪਰ ਸਰਦਾਰ ਕਲੇਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦਾ ਰਾਹ ਕਿਹਨੇ ਖੋਲਿਆ? ਰਾਹ ਖੋਲਿਆ ਅਕਾਲੀ ਦਲ। ਅਕਾਲੀ ਦਲ ਨੂੰ ਵੀ ਬਕਾਇਦਾ ਇੱਕ ਪੋਲੀਟੀਕਲ ਪਾਰਟੀ ਦੇ ਨਾਤੇ ਕੋਈ ਅਧਿਕਾਰ ਕਦੇ ਵੀ ਨਹੀਂ ਹੈ ਕਿ ਉਹ ਜਿਹੜਾ ਹੈ ਇੰਟਰਫੀਅਰ ਕਰੇ, ਉਹ ਇਸ ਤਰੀਕੇ ਕਰੇ। ਇਹਨਾਂ ਦੇ ਵੱਧ ਮੈਂਬਰ ਰਹੇ ਨੇ ਔਰ ਪੋਲੀਟੀਕਲੀ ਅੱਜ ਅਕਾਲੀ ਦਲ ਜਦੋਂ ਡਾਊਨ ਜਾ ਰਿਹਾ ਹੈ ਤੇ ਦੂਜੀਆਂ ਸਾਰੀਆਂ ਧਿਰਾਂ, ਸਾਰੀਆਂ ਪਾਰਟੀਆਂ ਇਹ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਨੱਪਿਆ ਜਾਵੇ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹੀ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ ਕਿ ਅੱਗੇ ਤੁਹਾਨੂੰ ਕੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਧੜਾ ਜਿਹੜਾ ਹੈ ਕਿ ਧਾਮੀ ਸਾਹਿਬ ਦਾ ਜਾਂ ਜੋ ਹੈ ਸੁਖਬੀਰ ਬਾਦਲ ਹੋਰਾਂ ਦਾ ਧੜਾ ਤੇ ਮੁੜ ਕੇ ਬੀਬੀ ਜਗੀਰ ਕੌਰ ਹੋਰਾਂ ਦਾ ਧੜਾ ਨਹੀਂ। ਮੈਨੂੰ ਇਹ ਲੱਗਦਾ ਹੈ
ਕਿ ਸ਼੍ਰੋਮਣੀ ਅਕਾਲੀ ਦਲ ਵਰਸਸ ਸਾਰੀਆਂ ਪੋਲੀਟੀਕਲ ਪਾਰਟੀਆਂ ਅਗਲੀ ਚੋਣ ਹੋਣ ਜਾ ਰਹੀ ਹੈ, ਜੋ ਵੀ ਹੋਏਗੀ। ਪਰ ਕੀ ਇਹ ਚੋਣ ਹੋਏਗੀ ਵੀ ਇੱਕ ਵੱਡਾ ਸਵਾਲ ਆ। ਜਿਸ ਤਰੀਕੇ ਨਾਲ ਮੁਲਕ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਦਿੱਲੀ ਕਮੇਟੀ, ਹਰਿਆਣਾ ਕਮੇਟੀ ਐਂਡ ਜੋ ਹਜੂਰ ਸਾਹਿਬ ਬੋਰਡ, ਤਖਤ ਪਟਨਾ ਸਾਹਿਬ ਬੋਰਡ ਜੀ, ਉੱਥੇ ਜਿਸ ਤਰੀਕੇ ਨਾਲ ਨੋਮੀਨੇਸ਼ਨ ਪੈਟਰਨ ਚੱਲਦਾ ਪਿਆ ਔਰ ਜਿਸ ਤਰੀਕੇ ਨਾਲ ਇਸ਼ਾਰੇ ਹੋਏ ਨੇ ਇਸ ਦਾ ਲਾਲਪੁਰਾ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਇੱਕ ਵੱਡੀ ਜਿਹੜੀ ਹੈ ਤਬਦੀਲੀ, ਪੋਲੀਟੀਕਲ ਤਬਦੀਲੀ ਕਰਨ ਦੀ ਕੋਸ਼ਿਸ਼ ਹੋਏਗੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਔਰ ਉਹਦੇ ਨਤੀਜੇ ਨੇ ਕੋਈ ਬਹੁਤੇ ਸੁਖਾਵੇਂ ਨਹੀਂ ਆਉਂਦੇ ਸਮੇਂ ਵਿੱਚ, ਉਹ ਕੋਈ ਬਹੁਤੇ ਸੁਖਾਵੇਂ ਨਤੀਜੇ ਨਹੀਂ ਹੋਣਗੇ ਉਸਦੇ। ਸੋ ਇਹ ਜਿਹੜੀ ਇਸ ਤੋਂ ਇਨਕਾਰ ਨਹੀਂ ਹੋਇਆ ਜਾ ਸਕਦਾ ਕਿ ਗਲਤੀਆਂ, ਕਮੀਆਂ ਉਹ ਅਕਾਲੀ ਦਲ ਵੱਲੋਂ ਹੋਈਆਂ ਔਰ ਉਹਨਾਂ ਦੀ ਇੰਟਰਫੇਅਰੈਂਸ ਪੋਲੀਟੀਕਲ ਤੌਰ ਤੇ ਬਕਾਇਦਾ ਸ਼੍ਰੋਮਣੀ ਕਮੇਟੀ 'ਚ ਰਹੀ ਹੈ। ਸ਼੍ਰੋਮਣੀ ਕਮੇਟੀ ਤੋਂ ਕੰਮ ਬਹੁਤ ਹੁੰਦੇ ਰਹੇ ਨੇ, ਬਹੁਤ ਇੰਪਰੂਵਮੈਂਟਸ ਦੀ ਲੋੜ ਸੀ, ਲੇਕਿਨ ਜੋ ਕੁਝ ਅੱਗੇ ਉਸਦਾ ਤਬਦੀਲੀ ਬਦਲ ਸਮਝਿਆ ਜਾ ਰਿਹਾ ਉਹ ਵੀ ਬਹੁਤਾ ਸੁਖਾਵਾਂ ਨਹੀਂ ਹੈ, ਉਹ ਖਤਰਨਾਕ ਹੋ ਸਕਦਾ। ਬਸ ਇੱਕ ਮਿੰਟ, ਮੈਂ ਦਾਦੂਵਾਲ ਜੀ ਦਾ ਇੱਕ ਵਾਰੀ ਰੁਕ ਕਰ ਲਾਂ, ਇਕੱਠੇ ਕਲੇਰ ਸਾਹਿਬ ਤੁਸੀਂ ਆਨਸਰ ਕਰ ਦਿਓ, ਸਮਾਂ ਵੀ ਪੂਰਾ ਹੋਏਗਾ। ਦਾਦੂਵਾਲ ਸਾਹਿਬ, ਹੁਣ ਇਹ ਸਮਝਿਆ ਜਾਵੇ ਕਿ ਆਉਣ ਵਾਲੇ ਸਮੇਂ 'ਚ ਜੇਕਰ ਇਹ ਪਿਕਚਰ ਬਣਦੀ ਹੈ ਵਰਸਸ ਵਾਲੀ ਕਿ ਇੱਕ ਪਾਸੇ ਅਕਾਲੀ ਦਲ ਤੇ ਦੂਜੇ ਪਾਸੇ ਦੂਜਾ ਧੜਾ, ਤਾਂ ਕਿ ਖੁੱਲ ਕੇ ਸਪੋਰਟ ਬੀਬੀ ਜਗੀਰ ਕੌਰ ਨੂੰ ਜਾਂ ਉਹਨਾਂ ਦੇ ਧੜੇ ਨੂੰ, ਜਾਂ ਫਿਰ ਮੈਂ ਹੋਰ ਸ਼ਬਦਾਂ ਦੇ ਵਿੱਚ ਕਹਾਂ ਕਿ ਅਕਾਲੀ ਦਲ ਦੇ ਖਿਲਾਫ ਜੇਕਰ ਕੋਈ ਖੜਦਾ ਉਹਨੂੰ ਖੁੱਲ ਕੇ ਸਪੋਰਟ? ਗੌਰਵ ਜੀ, ਇੱਕੋ ਗੱਲ ਮੈਂ ਕਹਿਣੀ ਚਾਹੁੰਦਾ, ਦੇਖੋ ਵੀ ਹਰ ਗੱਲ ਨੂੰ ਜਿਹੜੀ ਹੈ ਨਾ ਸੰਸਥਾ ਨਾਲ ਨਹੀਂ ਜੋੜਨਾ ਚਾਹੀਦਾ। ਜੇ ਰੰਧਾਵਾ ਸਾਹਿਬ ਨੇ ਕਿਹਾ ਕਿ ਆ ਜਿਹੜੀਆਂ ਨਾਕਾਮੀਆਂ ਆਈਆਂ ਨੇ ਇਹਨਾਂ ਨੂੰ ਦੂਰ, ਉਹ ਪ੍ਰਬੰਧਕਾਂ ਦੀ ਕਮੀ ਹੈ। ਜਿਹੜੇ ਪ੍ਰਬੰਧਕ ਆ ਹਰ ਗੱਲ ਨੂੰ ਵੀ ਸੰਸਥਾ ਨੂੰ ਕਮਜ਼ੋਰ ਕਰ ਰਹੇ। ਅਸੀਂ ਸੰਸਥਾ ਨੂੰ ਤਗੜਾ ਕਰਨਾ ਚਾਹੁੰਦੇ ਹਾਂ। ਅਕਾਲ ਤਖਤ ਸਾਹਿਬ ਦੀ ਸੰਸਥਾ, ਸਾਡੀ ਸ਼੍ਰੋਮਣੀ ਕਮੇਟੀ ਦੀ ਸੰਸਥਾ, ਉਹਨੂੰ ਤਗੜਾ ਕਰਨਾ ਚਾਹੁੰਦੇ। ਅਸੀਂ ਸਿਰਫ ਇਹ ਕਹਿੰਦੇ ਆ ਕਿ ਉਹਨੂੰ ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਦੁਰਵਰਤੋਂ ਕੀਤੀ ਹੈ, ਕੋਠੀ 'ਚ ਸੱਦ ਲਓ ਜਥੇਦਾਰਾਂ ਨੂੰ, ਉਹਨਾਂ ਨੂੰ ਕਹਿ ਦਿਓ ਸੌਦਾ ਸਾਧ ਨੂੰ ਮਾਫੀਨਾਮਾ ਦੇ ਦਿਓ, ਫਿਰ ਜਿਹੜਾ ਸੀਗਾ ਮਾਫੀਨਾਮਾ ਲਾਗੂ ਕਰਵਾਉਣ ਲਈ 90-95 ਲੱਖ ਦੇ ਇਸ਼ਤਿਹਾਰ ਜਾਰੀ ਕਰ ਦਿਓ, ਫਿਰ ਜੇ ਪੰਥ ਨਹੀਂ ਮੰਨਦਾ ਫਿਰ ਉਹ ਰੱਦ ਕਰਵਾ ਦਿਓ। ਫਿਰ ਇਹ ਜਿਹੜੀਆਂ ਇਹਨਾਂ ਗੱਲਾਂ, 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਪ੍ਰਬੰਧ 'ਚ ਗੁੰਮ ਹੋਏ, ਉਹਦਾ ਕੋਈ ਜਵਾਬ ਨਹੀਂ। ਇਹਦੇ ਨਾਲ ਸੰਸਥਾ ਤੇ ਕੋਈ ਨਹੀਂ, ਅਸੀਂ ਸੰਸਥਾ ਦੇ ਨਾਲ ਆ, ਸੰਸਥਾ ਨੂੰ ਸਰਵਾਈਵ ਕਰਨਾ ਚਾਹੁੰਦੇ ਆ। ਪਰ ਜਿਹੜੀ ਇੱਕ ਪਰਿਵਾਰ ਨੇ ਆਪਣੀ ਮਨੋਪਲੀ ਕਾਇਮ ਕਰਕੇ ਉਹਦੀ ਦੁਰਵਰਤੋਂ ਕੀਤੀ, ਉਹਨੂੰ ਹਟਾਉਣਾ ਚਾਹੁੰਦੇ ਆ। ਤੁਸੀਂ ਦੇਖੋ, ਮੈਨੂੰ 2 ਸਾਲ ਹੋ ਗਏ ਆ, ਪਿਛਲੇ 2 ਸਾਲਾਂ ਤੋਂ ਮੈਂ ਹਰਿਆਣਾ ਕਮੇਟੀ ਦਾ ਭਾਵੇਂ ਛੋਟਾ ਜਿਹਾ ਪ੍ਰਬੰਧ ਆ, ਹਰਿਆਣਾ ਕਮੇਟੀ ਕੋਲੇ 5 ਗੁਰੂ ਘਰਾਂ ਦਾ ਪ੍ਰਬੰਧ ਆ, ਮੈਂ ਦੇਖ ਰਿਹਾ। ਪਰ 2 ਸਾਲਾਂ 'ਚ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦਾ, ਕਦੇ ਵੀ ਬੀਜੇਪੀ ਨੇ ਸਾਡੇ ਪ੍ਰਬੰਧ 'ਚ ਦਖਲ ਨਹੀਂ ਦਿੱਤਾ। ਹਾਂ, ਸਾਨੂੰ ਕਿਸੇ ਸਹਿਯੋਗ ਦੀ ਲੋੜ ਪਈ, ਅਸੀਂ ਸਹਿਯੋਗ ਮੰਗਿਆ, ਕਮੇਟੀ ਨੇ ਕੋਈ ਮਤਾ ਪਾਸ ਕਰਕੇ ਸਹਿਯੋਗ ਮਿਲਿਆ। ਜੇ ਹਰਿਆਣਾ ਕਮੇਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਦਖਲ, ਹੁਣ ਜਿਹੜੀ ਇਹਨਾਂ ਅਡਹੌਕ ਕਮੇਟੀ ਦੀ ਗੱਲ ਕੀਤੀ ਆ, ਇਹ ਤਾਂ 18 ਮਹੀਨਿਆਂ ਵਾਸਤੇ ਕਮੇਟੀ ਆ। ਇਹਨਾਂ ਨੇ ਤਾਂ ਵੋਟਾਂ ਬਣਾਉਣੀਆਂ ਨੇ, ਹਲਕਾਬੰਦੀ ਕਰਾਉਣੀ ਆ, ਮੁੜ ਕੇ ਇਲੈਕਸ਼ਨ ਹੋਣੀ ਆ ਤੇ ਚੁਣ ਕੇ ਮੈਂਬਰ ਆਉਣੇ ਨੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੀ ਕਲੇਰ ਸਾਹਿਬ ਕਹਿ ਰਹੇ। ਹਰ ਗੱਲ ਨੂੰ ਜਿਹੜਾ ਸੰਸਥਾ ਨਾਲ ਨਾ ਜੋੜਨ, ਅਸੀਂ ਸੰਸਥਾ ਦੇ ਨਾਲ ਆ। ਸੰਸਥਾ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਸਰਵਾਈਵ ਕਰਨਾ ਚਾਹੁੰਦੇ, ਤਗੜੀਆਂ ਮਜ਼ਬੂਤ ਕਰਨਾ ਚਾਹੁੰਦੇ ਆ। ਨਹੀਂ ਦਾਦੂਵਾਲ ਸਾਹਿਬ, ਹੁਣ ਬੀਬੀ ਜਗੀਰ ਕੌਰ ਨੂੰ ਖੁੱਲ ਕੇ ਸਪੋਰਟ ਹੈ। ਦੇਖੋ ਕਹਿ ਰਹੇ ਨੇ ਕਿ ਬੀਜੇਪੀ, ਆਮ ਆਦਮੀ ਪਾਰਟੀ, ਕਾਂਗਰਸ ਇਨਡਾਇਰੈਕਟਲੀ ਸਪੋਰਟ ਹੈ। ਬਹੁਤ ਕੁਝ ਇਸ ਸਮੇਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕਲੀਅਰ ਪਿਕਚਰ ਆਮ ਚੋਣਾਂ ਜੇ ਹੁੰਦੀਆਂ ਨੇ, ਇਹਨਾਂ ਸੰਸਥਾਵਾਂ ਤੋਂ ਸਿਆਸੀ ਗਲਬਾ, ਜਿੱਦਾਂ ਬਾਦਲ ਪਰਿਵਾਰ ਨੇ, ਜਿਵੇਂ ਸਰਦਾਰ ਹਰਦੀਪ ਸਿੰਘ ਨੇ ਕਿਹਾ ਕਿ ਇਹਨਾਂ ਨੇ ਐਂਟਰੀ ਕਰਾਈ, ਇਹਨਾਂ ਨੇ ਸ਼ੁਰੂਆਤ ਕਰਾਈ ਆ, ਅਸੀਂ ਉਹ ਸਿਆਸੀ ਗਲਬਾ ਲਾਉਣ ਵਾਸਤੇ, ਇਸ ਮਨੋਪਲੀ ਨੂੰ ਤੋੜਨ ਵਾਸਤੇ, ਇਹਨਾਂ ਸੰਸਥਾਵਾਂ ਨੂੰ ਨਿਰਪੱਖ ਤੇ ਆਜ਼ਾਦ ਕੰਮ ਕਰਨ ਵਾਸਤੇ ਕੰਮ ਕਰਾਂਗੇ। ਤੇ ਜਿਹੜਾ ਵੀ ਮੈਦਾਨ ਵਿੱਚ ਆਵੇਗਾ ਉਹਦੇ ਮੋਢੇ ਨਾਲ ਮੋਢਾ ਜੋੜਾਂਗੇ। ਖੁਦ ਵੀ ਲੀਡ ਕਰਾਂ, ਖੁਦ ਵੀ ਯਤਨਸ਼ੀਲ ਆ, ਖੁਦ ਵੀ ਵਰਕ ਕਰਾਂਗੇ। ਮਤਲਬ ਤੁਸੀਂ ਐਸਜੀਪੀਸੀ ਵਾਲੇ ਪਾਸੇ ਆ ਸਕਦੇ ਹੋ, ਤੁਸੀਂ ਹਰਿਆਣਾ 'ਚ ਆਲਰੇਡੀ ਹੋ। ਬਿਲਕੁਲ ਐਸਜੀਪੀਸੀ ਵੀ ਤਾਂ ਸਾਡੀ ਹੈ। ਸਾਡੇ ਪੂਰੇ ਜਿੰਨੀਆਂ ਭਾਰਤ 'ਚ ਸੰਸਥਾਵਾਂ ਨੇ, ਉਹਨਾਂ ਗੁਰਦੁਆਰੇ ਪ੍ਰਬੰਧਾਂ ਨੂੰ, ਉਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਾਸਤੇ, ਉਹਨਾਂ ਨੂੰ ਨਿਰਪੱਖ ਕੰਮ ਮੈਨੂੰ ਥੋੜਾ ਐਵੇਂ ਜੀ ਨਹੀਂ, ਮੈਂ ਇਹ ਸੋਚ ਰਿਹਾ ਕਿ ਇੱਕ ਹੋਰ ਧੜਾ ਫਿਰ ਤਾਂ ਖੜਾ ਹੋ ਗਿਆ ਕਿ ਜੋ ਦਾਦੂਵਾਲ ਸਾਹਿਬ ਦਾ ਧੜਾ ਹੋਏਗਾ, ਇੱਕ ਬੀਬੀ ਜਗੀਰ ਕੌਰ ਦਾ ਤੇ ਇੱਕ ਅਕਾਲੀ ਦਲ ਆਲਰੇਡੀ ਹੈਗਾ। ਨਹੀਂ, ਇਹੋ ਜਿਹੇ ਧੜੇ ਤਾਂ ਹੁਣ ਵੀ ਦੇਖੋ ਤੁਸੀਂ, ਸਾਰੇ ਜਿੰਨੇ ਧੜੇ ਸੀ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਹੈਗਾ, ਸਾਰਿਆਂ ਨੇ ਇਕਜੁੱਟਤਾ ਦੇ ਨਾਲ ਕੰਮ ਕੀਤਾ। ਸਿੱਖ ਹੋਣ ਦੇ ਨਾਤੇ ਸਿੱਖ ਧੜਿਆਂ ਨੇ, ਤੇ ਇਸ ਕਾਰਨ ਕਰਕੇ ਬਤੌਰ ਸਿੱਖ ਮੈਂ ਵੀ ਕਿਤੇ ਵੀ ਯੋਗਦਾਨ ਦੇ ਸਕਦਾ, ਯੋਗਦਾਨ ਪਾ ਸਕਦਾ। ਤੇ ਇਸ ਤਰੀਕੇ ਨਾਲ ਜਿਹੜੀ ਇੱਕ ਗੱਲ ਇਹ ਜ਼ਰੂਰ ਮੈਂ ਕਹਾਂਗਾ, ਜਿਹੜੀ ਰੰਧਾਵਾ ਸਾਹਿਬ ਨੇ ਕਿਹਾ ਕਿ ਜਿਹੜੇ ਮੈਂਬਰਾਂ ਦੇ ਬੱਚੇ ਭਰਤੀ ਹੋਏ ਜਾਂ ਚਾਚੇ ਭਤੀਜੇ ਰਿਸ਼ਤੇਦਾਰ ਭਰਤੀ ਹੋਏ ਆ, ਇਸ ਤਰੀਕੇ ਦੇ ਲਾਲਚ ਦੇ ਕੇ ਇਹਨਾਂ ਨੇ ਜਿਹੜਾ ਨਾਲ ਲਾ ਕੇ ਰੱਖਿਆ ਹੋਇਆ, ਇਹਦੀਆਂ ਪ੍ਰਤੱਖ ਮਿਸਾਲਾਂ ਨੇ। ਮੈਂ ਰੰਧਾਵਾ ਸਾਹਿਬ ਨੂੰ ਕਹਾਂਗਾ ਕਿ ਆਉਣ ਵਾਲੇ ਸਮੇਂ 'ਚ ਸਬੂਤਾਂ ਦੇ ਸਮੇਤ ਵੀ ਕਿਹੜੇ ਮੈਂਬਰ ਦਾ ਪੁੱਤਰ, ਭਤੀਜਾ ਜਾਂ ਭਰਾ ਕਿੱਥੇ ਲੱਗਾ, ਉਹ ਜ਼ਰੂਰ ਦੱਸਣ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਪੂਰਾ ਹੈ। ਕਲੇਰ ਸਾਹਿਬ
ਥੋੜਾ ਛੋਟਾ ਜਵਾਬ ਰੱਖਿਓ, ਕੰਕਲੂਡ ਦੇਖੋ ਕਰੋ। ਮੈਂ ਪਹਿਲਾਂ ਤਾਂ ਇਹ ਗੱਲ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ 6ਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਚੱਲਦਾ, ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਹਿਲਾਂ ਹੋਂਦ ਦੇ ਵਿੱਚ ਆਈ ਸੀ, ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਆਊਟਫਿਟ ਦੇ ਤੌਰ ਤੇ ਆਇਆ ਸੀ ਉਹਦੀ ਰਾਖੀ ਕਰਨ ਦੇ ਲਈ, ਔਰ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਿੱਧੇ ਤੌਰ ਤੇ ਲੜਦੇ ਹਾਂ, ਔਰ ਅਸੀਂ ਕਹਿੰਦੇ ਹਾਂ ਚੋਣ ਮੈਦਾਨ ਖੁੱਲਾ, ਜਿਹੜੇ ਵੀ ਪਾਰਟੀ ਨੇ ਲੜਨੀਆਂ ਚੋਣਾਂ ਹੋਣਗੀਆਂ, ਅੱਗੇ ਵੀ ਹੁੰਦੀਆਂ ਆਈਆਂ ਨੇ, ਆ ਕੇ ਲੜਨ, ਦਾਦੂਵਾਲ ਸਾਹਿਬ ਨੇ ਆ ਕੇ ਲੜਨੀਆਂ, ਸਵਾਗਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਜਿਹੜੀ ਗੱਲ 328 ਸਰੂਪਾਂ ਦੀ ਕਰਦੇ ਨੇ, ਅੱਜ ਸਾਡਾ ਵਿਸ਼ਾ ਨਹੀਂ, ਮੈਂ ਜਾਣਾ ਨਹੀਂ ਚਾਹੁੰਦਾ, ਪਰ ਉਹ ਸਰੂਪ ਕਿਤੇ ਨਹੀਂ ਹੋਏ ਸੀ, ਉਹ ਸਾਰਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਦੀ ਇਨਕੁਆਇਰੀ ਵੀ ਕੀਤੀ, ਉਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਰੂਪ ਤਾਂ ਪਹੁੰਚ ਗਏ ਸੀ, ਉਹ ਜਿਹੜਾ ਬੰਦਾ ਸਿਰਫ ਰਿਕਾਰਡ ਕੀਪਰ ਸੀਗਾ ਉਹਨੇ ਮਾਇਆ ਨਹੀਂ ਜਮ੍ਹਾਂ ਕਰਾਈ ਸੀ, ਉਹਨੂੰ ਸਜ਼ਾ ਲੱਗੀ, ਉਹ ਜਾਣਾ ਨਹੀਂ ਚਾਹੁੰਦਾ ਮੈਂ ਉਸ ਵਿਸ਼ੇ ਦੇ ਵਿੱਚ। ਔਰ ਤੀਸਰੀ ਜਿਹੜੀ ਵੱਡੀ ਗੱਲ ਹੈ, ਦੇਖੋ ਦਾਦੂਵਾਲ ਸਾਹਿਬ ਫੇਰ ਦੁਬਾਰਾ ਇੱਕ ਚੀਜ਼ ਆਪਣੇ ਪਾਰਟ ਤੇ ਛੱਡ ਜਾਂਦੇ ਨੇ, ਨੋਟੀਫਿਕੇਸ਼ਨ ਕਹਿੰਦੇ 18 ਮਹੀਨੇ ਦੀ ਹੈ, ਮੈਂ ਫੇਰ ਕਹੂੰਗਾ ਕਿ ਮੈਂ ਤਾਂ ਵਕੀਲ ਦੇ ਤੌਰ ਤੇ ਉਹ ਪੜ੍ਹਦਾ ਰਹਿਣਾ, ਉਹਨੂੰ ਦੁਬਾਰਾ ਪੜ੍ਹ ਲੈਣ, ਉਹ 'ਚ ਲਿਖਿਆ ਹੋਇਆ ਵੀ ਹਰ 18 ਮਹੀਨੇ ਵੱਧ ਜਾਇਆ ਕਰੂਗੀ ਉਹ ਲਾਈਨ ਸ਼ਾਇਦ ਦਾਦੂਵਾਲ ਸਾਹਿਬ ਨੀਚੇ ਛੱਡ ਗਏ ਨੇ ਕਿ ਹਰ 18 ਮਹੀਨੇ ਬਾਅਦ ਉਹ ਰਿਨਿਊ ਵੀ ਹੋਇਆ ਕਰੂਗੀ, ਜੇ ਚੋਣ ਨਾ ਹੋਈ ਅੱਗੇ ਵੱਧ ਜਾਇਆ ਕਰੂਗੀ, ਸੋ ਸਿੱਧੇ ਤੱਕ ਨਾਲ ਕਬਜ਼ਾ। ਸੋ ਮੈਂ ਦੁਬਾਰਾ ਇਹ ਗੱਲ ਕਹਿਣਾ, ਔਰ ਦਾਦੂਵਾਲ ਸਾਹਿਬ ਨੂੰ ਖਾਸ ਕਰਕੇ, ਇਹਨਾਂ ਦਾ ਮਕਸਦ ਹੈ ਸਿਰਫ ਤੇ ਸਿਰਫ ਬਾਦਲ ਪਰਿਵਾਰ ਦਾ ਵਿਰੋਧ ਕਰਨਾ, ਕਿਉਂਕਿ ਇਹੀ ਬੀਬੀ ਜਗੀਰ ਕੌਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਦਾਦੂਵਾਲ ਸਾਹਿਬ ਦੇ ਬਿਆਨ ਕੱਢ ਲਓ, ਇਹ ਪ੍ਰਧਾਨ ਦੇ ਤੌਰ ਤੇ ਨਹੀਂ ਨਿੰਦਦੇ ਸੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਨਿੰਦਦੇ ਸੀ, ਇਹ ਬੀਬੀ ਜੀ ਤੇ ਨਿੱਜੀ ਅਟੈਕ ਕਰਦੇ ਸੀ। ਕੀ ਬੋਲਿਆ ਇਹਨਾਂ ਨੇ, ਇਹਨਾਂ ਨੂੰ ਵੀ ਵੱਧ ਪਤਾ ਹੈ, ਆਪਾਂ ਕਿਤੇ ਨਾ ਕਿਤੇ ਆਪਾਂ, ਮੈਂ ਫੇਰ ਦੁਬਾਰਾ ਕਹਿਣਾ ਕਿ ਜਿਹਨੇ ਚੋਣਾਂ ਲੜਨੀਆਂ ਨੇ ਸਵਾਗਤ ਹੈ, ਲੜੋ, ਸਿੱਖ ਪੰਥ ਹੈ ਉਹ ਤਾਂ ਵੋਟਾਂ ਪਾਉਣੀਆਂ ਨੇ, ਜਿਹੜੇ ਅੱਜ ਮੈਂ ਰੰਧਾਵਾ ਸਾਹਿਬ ਗਾਹਾਂ ਵੀ ਹੋਣਗੇ ਵੋਟਾਂ ਪੈਣਗੀਆਂ। ਰੰਧਾਵਾ ਸਾਹਿਬ ਬਹੁਤ ਛੋਟੀ ਸਟੇਟਮੈਂਟ, ਬਹੁਤ ਘੱਟ ਸਮਾਂ ਮੇਰੇ ਕੋਲ। ਰੰਧਾਵਾ ਜੀ, ਇਹ ਹੁਣ ਸਿਆਸੀ ਧਿਰਾਂ ਜੋ ਇੰਟਰਫੇਰੈਂਸ ਦਾ ਇਲਜ਼ਾਮ ਲੱਗ ਰਿਹਾ ਹੈ ਕਿ ਬੀਬੀ ਜਗੀਰ ਕੌਰ ਧੜਾ ਹੁਣ ਇਸ ਤਰੀਕੇ ਨਾਲ ਆਮ ਚੋਣਾਂ 'ਚ ਵੀ ਨਜ਼ਰ ਆਏਗਾ, ਜਿੱਥੇ ਢੀਂਡਸਾ ਸਾਹਿਬ ਦਾ ਸਮਰਥਨ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਦਾ ਸਮਰਥਨ ਆ ਉਹ ਮਿਲੇਗਾ। ਦੇਖੋ, ਪਹਿਲੀ ਤਾਂ ਗੱਲ ਇਹ ਆ ਕਿ ਬੀਬੀ ਜੀ ਅੱਜ ਖੜੇ ਹੋਏ ਨੇ, ਇਹ ਜਿਹੜੀ ਲੜਾਈ ਆ 2015 ਤੋਂ ਚੱਲ ਰਹੀ ਆ, ਤੇ ਇੱਕ ਸਮਾਂ ਇਹ ਵੀ ਸੀ ਕਿ ਅਸੀਂ 6 ਜਣੇ ਰਹਿ ਗਏ ਸੀ, ਪਰ ਅਸੀਂ ਆਪਣੀ ਸਿਧਾਂਤਕ ਲੜਾਈ ਲੜ ਰਹੇ ਹਾਂ ਤੇ ਅੱਗੇ ਲੜਦੇ ਰਹਾਂਗੇ। ਇਸ ਲਈ ਇਹਦੇ ਵਿੱਚ ਢੀਂਡਸਾ ਸਾਹਿਬ ਦੇ ਮੈਂਬਰ ਨੇ, ਅਸੀਂ ਉਹ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਮੇਂ ਅਸਤੀਫੇ ਦਿੱਤੇ ਜਾਂ ਬੀਬੀ ਜੀ ਦੇ ਨਾਲ ਆਏ। ਚਲੋ, ਹੁਣ ਦੂਸਰੀ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਕਿ ਅਸੀਂ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਉਹਨਾਂ ਨੇ ਗੱਲ ਕੀਤੀ ਆ ਜਾਂ ਭਾਈ ਬਲਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਆ ਕਿ ਦੇਖੋ ਸਿੱਖ ਤਾਂ ਕਿਸੇ ਵੀ ਪਾਰਟੀ 'ਚ ਹੋ ਸਕਦਾ ਜੀ, ਠੀਕ ਹੈ ਨਾ, ਤੇ ਜੇ ਇਹ ਫਿਰ ਠੇਕਾ ਅਕਾਲੀ ਦਲ ਦੇ ਸਿੱਖਾਂ ਨੂੰ ਇਕੱਲਾ ਕਿਉਂ ਬਈ ਉਹ ਗੁਰਦੁਆਰਿਆਂ ਦੀ ਯੂਜ਼ਿੰਗ ਕਰ ਸਕਦਾ। ਚੋਣਾਂ ਲਾ ਕੇ ਆਓ ਨਾ ਜੀ, ਮੈਂ ਤਾਂ ਰੰਧਾਵਾ ਸਾਹਿਬ ਕਹਿੰਦਾ ਚੋਣਾਂ ਨਹੀਂ ਜੀ, ਆਪਣੇ ਆਪ ਨੂੰ ਕੋਈ ਕਬਜ਼ਾ ਨਹੀਂ ਕਿਸੇ ਦਾ, ਚੋਣਾਂ ਹੁੰਦੀਆਂ ਨੇ, ਬਕਾਇਦਾ ਹੁੰਦੀਆਂ ਨੇ। ਤੁਹਾਨੂੰ ਹੁਣ ਤਾਂ ਤੁਹਾਡੀ ਬੀਜੇਪੀ ਦੇ ਨਾਲ ਵੱਧ ਸਾਂਝ ਹੈ, ਚੋਣਾਂ ਕਰਾ ਲਓ, ਸਵਾਗਤ ਹੈ। ਦਾਦੂਵਾਲ ਸਾਹਿਬ ਵੀ ਕਰਾ ਸਕਦੇ ਨੇ, ਇਹ ਰੋਜ਼ ਮਿਲਦੇ ਨੇ ਸ਼ਾਹ ਸਾਹਿਬ ਨੂੰ, ਖੱਟੜ ਸਾਹਿਬ ਨੂੰ। ਅਸੀਂ ਤਾਂ ਕਹਿੰਦੇ ਚੋਣਾਂ ਕਰਾਓ ਤੇ ਲੜੋ ਸਿੱਧੇ ਤੌਰ ਤੇ, ਜਿਹੜਾ ਵੀ ਲੜੇ ਤਾਂ ਪੰਥ ਨੇ ਵੋਟ ਪਾਉਣੀ ਹੈ, ਕਿਸੇ ਦਾ ਕਬਜ਼ਾ ਨਹੀਂ, ਇਹ ਗੁਰੂ ਦੀ ਸੰਸਥਾ ਹੈ, ਜਿਹਨੂੰ ਲੋਕ ਚੋਣਗੇ ਸੇਵਾ ਦੇ ਦੇਣਗੇ। ਅਸੀਂ ਕੌਣ ਆ? ਚੱਲਦਾ ਪੰਥ ਦੀ ਪਾਰਟੀ ਆ, ਫਿਰ ਕੀ ਇਧਰ ਆਲਮ ਨੂੰ ਪੰਥ 'ਚ ਸ਼ਾਮਲ ਕੀਤਾ ਸੀ, ਡੀਜੀਪੀ ਸਮੇਤ ਸੈਣੀ ਲਾਇਆ, ਵਿਚਾਲੇ ਰੋਕਣਾ ਹੋਏਗਾ। ਮੈਂ ਦਾਦੂਵਾਲ ਜੀ ਮਾਫੀ ਚਾਹੁੰਦਾ ਤੇ ਰੰਧਾਵਾ ਸਾਹਿਬ ਮਾਫੀ ਚਾਹੁੰਦਾ, ਵਿਚਾਲੇ ਰੋਕ ਰਹੇ ਹਾਂ, ਸਮਾਂ ਖਤਮ ਹੋ ਚੱਲਿਆ ਅੱਜ ਦੀ ਇਸ ਪੂਰੀ ਚਰਚਾ ਦੇ ਵਿੱਚ। ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਇੱਕ ਤਾਂ ਇਲੈਕਸ਼ਨ ਹੈ ਪਰ ਵੋਟਾਂ ਦੂਜੇ ਪਾਸੇ ਵਧੀਆਂ ਨੇ, ਇੱਕ ਜ਼ਰੂਰ ਚਿੰਤਾ ਦਾ ਵਿਸ਼ਾ ਅਕਾਲੀ ਦਲ ਦੇ ਲਈ ਹੋ ਸਕਦਾ ਹੈ, ਪਰ ਅਕਾਲੀ ਦਲ ਇਸ ਨੂੰ ਵੱਖਰੇ ਤਰੀਕੇ ਨਾਲ ਲੈਂਦਾ ਹੋਇਆ ਨਜ਼ਰ ਆਉਂਦਾ ਹੈ। ਪਰ ਸਭ ਦੀ ਨਜ਼ਰ ਹੈ ਕਿ ਆਮ ਚੋਣਾਂ ਕਦੋਂ ਹੁੰਦੀਆਂ ਨੇ, ਆਮ ਚੋਣਾਂ ਹੁੰਦੀਆਂ ਵੀ ਨੇ ਜਾਂ ਨਹੀਂ, ਕਿਉਂਕਿ ਹਰਦੀਪ ਸਿੰਘ ਜੀ ਜੋ ਜ਼ਿਕਰ ਕਰਕੇ ਗਏ ਨੇ ਕਿ ਆਮ ਚੋਣਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਨਾ ਹੀ ਹੋਣ, ਇੱਕ ਵੱਖਰਾ ਤਰੀਕਾ ਪੋਲੀਟੀਕਲ ਤੌਰ ਦੇ ਉੱਤੇ ਅਪਣਾ ਲਿਆ ਜਾਵੇ। ਪਰ ਜੇ ਵਾਕਈ ਆਮ ਚੋਣਾਂ ਹੁੰਦੀਆਂ ਨੇ ਅਗਲੇ ਕੁਝ ਮਹੀਨਿਆਂ ਜਾਂ ਸਾਲ ਦੇ ਵਿੱਚ, ਤਾਂ ਕਿ ਅਕਾਲੀ ਦਲ ਵਰਸਸ ਬੀਬੀ ਜਗੀਰ ਕੌਰ ਦਾ ਧੜਾ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਨਜ਼ਰ ਆ ਸਕਦਾ ਹੈ। ਜੇਕਰ ਇਹ ਸਥਿਤੀ ਹੋਏਗੀ ਤਾਂ ਫਿਰ ਨਤੀਜੇ ਕਿਸ ਤਰੀਕੇ ਨਾਲ ਹੋ ਸਕਦੇ ਨੇ ਜਾਂ ਹੋਣਗੇ, ਉਸ ਦੇ ਉੱਤੇ ਨਜ਼ਰ ਰਹੇਗੀ। ਪ੍ਰਾਈਮ ਟਾਈਮ ਚ ਅੱਜ ਦੇ ਲਈ ਇੰਨਾ ਹੀ।